नमस्कार, सत श्री अकाल, आदाब दोस्तों। मैं हाँ मनीष बियाला ते तुसी चढ़दी कला टाइम टीवी नॉर्थ अमेरिका ते देख रहे हो प्रोग्राम प्राइम टाइम चर्चा। ਅੱਜ ਸ਼ੁੱਕਰਵਾਰ ਦਾ ਦਿਹਾੜਾ ਹੈਗਾ ਅਤੇ ਸ਼ੁੱਕਰਵਾਰ ਅਸੀਂ ਜਿੱਥੇ ਪੂਰੇ ਹਫਤੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕੀਤੇ ਹੁੰਦੇ ਨੇ, ਜਿਹੜੀਆਂ ਵੀ ਚਰਚਾਵਾਂ ਕੀਤੀਆਂ ਹੁੰਦੀਆਂ ਨੇ, ਦੁਬਾਰਾ ਵੀ ਉਹਦੇ ਉੱਤੇ ਅਸੀਂ ਗੱਲਬਾਤ ਕਰ ਸਕਦੇ ਹਾਂ। ਪਰ ਜਿਹੜਾ ਅੱਜ ਸਾਡੇ ਕੋਲ ਵਿਸ਼ਾ ਹੈਗਾ, ਜਿਹੜਾ ਚਰਚਾ ਕਰਨ ਦਾ ਅੱਜ ਸਾਡੇ ਕੋਲ ਟੌਪਿਕ ਹੈ, ਉਹ ਲੱਗਦਾ ਨਹੀਂ ਕਿ ਸਾਨੂੰ ਸਮਾਂ ਜਿਹੜਾ ਉਹ ਕਿਤੇ ਵੀ ਦੇਵੇਗਾ। ਸਮੇਤ ਸਿੰਘ ਸੈਣੀ ਨੇ ਇੱਕ ਵਾਰੀ ਫਿਰ ਪੰਜਾਬ ਦੀ ਪੋਲੀਟੀਕਲ ਹਾਲਾਤਾਂ ਦੇ ਵਿੱਚ ਇੱਕ ਵੱਡੀ ਹਲਚਲ ਲੈ ਕੇ ਆਏ ਨੇ। ਪੁਰਾਣੇ ਕਹਿੰਦੇ ਨੇ ਕਿ ਜੋ ਕੁਝ ਵੀ ਬੰਦੇ ਨੇ ਕੀਤਾ ਹੁੰਦਾ, ਪਿਛੋਕੜ ਕਦੇ ਵੀ ਤੁਹਾਡਾ ਪਿੱਛਾ ਜਿਹੜਾ ਉਹ ਨਹੀਂ ਛੱਡਦਾ। ਅਤੇ ਖਾਸ ਤੌਰ ਤੇ ਅਸੀਂ ਪੰਜਾਬ ਦੇ ਇਤਿਹਾਸ ਦੇ ਵਿੱਚ ਝਾਤ ਮਾਰੀਏ, ਸਮੇਂ-ਸਮੇਂ ਦੇ ਉੱਤੇ ਪੰਜਾਬ ਪੁਲਿਸ ਜਿਹੜੀ ਰਾਜਨੀਤਿਕ ਹਿੱਤਾਂ ਨੂੰ ਪੂਰਤੀ ਕਰਨ ਦੇ ਲਈ ਕਈ ਇਹੋ ਜਿਹੇ ਕੰਮ ਕਰ ਗਏ, ਜਿਹਦੇ ਕਰਕੇ ਹਮੇਸ਼ਾ ਉਹਨਾਂ ਨੂੰ ਉਸ ਦਾ ਜਿਹੜਾ ਭਾਰ ਹੈ ਉਹ ਚੁਕਾਉਣਾ ਪਿਆ। ਅਤੇ ਭਾਵੇਂ ਉਹ ਕਾਨੂੰਨੀ ਤੌਰ ਤੇ ਹੋਵੇ, ਭਾਵੇਂ ਉਹ ਮਾਨਸਿਕ ਤੌਰ ਤੇ ਹੋਵੇ, ਬਹੁਤ ਸਾਰੇ ਇਹੋ ਜਿਹੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦੇ ਨੇ, ਚਰਚਾਵਾਂ ਹੁੰਦੀਆਂ ਨੇ, ਜਿਹਦੇ ਵਿੱਚ ਇਹ ਪਤਾ ਲੱਗਦਾ ਕਿ ਜਦੋਂ ਪੋਲੀਟੀਕਲ ਹਿੱਤਾਂ ਨੂੰ ਪੂਰੇ ਕਰਨ ਦੇ ਲਈ ਪੰਜਾਬ ਪੁਲਿਸ ਵੀ ਰਾਜਨੀਤੀ ਦੇ ਖੇਡ ਦੇ ਵਿੱਚ ਆਪ ਆ ਕੇ ਖੇਡੀ ਤਾਂ ਉਹਦਾ ਨੁਕਸਾਨ ਜਿਹੜਾ ਉਹ ਬਹੁਤ ਹੋਇਆ। ਤਾਜ਼ਾ ਮਿਸਾਲ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਨੇ 1991 ਦਾ ਮਾਮਲਾ, ਜਿਸ ਦਾ ਅਸੀਂ ਕੱਲ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਸ਼ੁਰੂਆਤ ਦੇ ਵਿੱਚ, ਕਿ ਉਸ ਮਾਮਲੇ ਨੇ ਦੁਬਾਰਾ ਹੁਣ ਰਾਜਨੀਤਿਕ ਦੇ ਗਲਿਆਰਿਆਂ ਦੇ ਵਿੱਚ ਹਲਚਲ ਜਿਹੜੀ ਉਹ ਮਚਾਈ ਹੈ। ਅਦਾਲਤਾਂ ਦੇ ਵਿੱਚ ਦੁਬਾਰਾ ਤੋਂ ਕੇਸ ਜਿਹੜਾ ਉਹ ਚਲਾ ਚੁੱਕਾ ਹੋਇਆ ਹੈ। ਇਸ ਤੇ ਜਾਣ ਦੇ ਨਾਲ ਕੀ ਹੋਵੇਗਾ? ਠੀਕ ਹੈ, ਜਿਸ ਨੇ ਕੋਈ ਆਪਣੇ ਵੱਲੋਂ ਗਲਤ ਕੀਤਾ ਹੋਵੇਗਾ ਉਸ ਨੂੰ ਸਜ਼ਾ ਜਿਹੜੀ ਉਹ ਜ਼ਰੂਰ ਮਿਲੇਗੀ। ਹਰ ਕੋਈ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਕਾਨੂੰਨ ਦੇ ਅੱਗੇ ਜਾ ਕੇ ਆਪਣਾ ਪੱਖ ਵੀ ਰੱਖੇਗਾ। ਪਰ ਇਸ ਪੂਰੀ ਕਾਰਵਾਈ ਦੇ ਵਿੱਚ, ਇਸ ਪੂਰੀ ਕਹਾਣੀ ਦੇ ਵਿੱਚ ਹੋਰ ਕਿਹੜੇ-ਕਿਹੜੇ ਚਿਹਰੇ ਸਾਹਮਣੇ ਆ ਰਹੇ ਨੇ, ਕਿਹੜੇ-ਕਿਹੜੇ ਲੋਕ ਸਾਹਮਣੇ ਆ ਰਹੇ ਨੇ, ਅੱਜ ਖਾਸ ਤੌਰ ਤੇ ਉਸ ਦੇ ਉੱਤੇ ਅਸੀਂ ਜਿਹੜੀ ਖੁੱਲ੍ਹ ਕੇ ਗੱਲ ਕਰਾਂਗੇ। ਹਰ ਇੱਕ ਜਿਹੜਾ ਦੋਸ਼ੀ ਹੁੰਦਾ ਹੈ ਜਾਂ ਜਿਹਦੇ ਉੱਤੇ ਇਲਜ਼ਾਮ ਲੱਗਦੇ ਨੇ, ਉਸ ਆਦਮੀ ਨੂੰ ਅਦਾਲਤ ਦੇ ਵਿੱਚ ਵਕੀਲ ਕਰਨ ਦਾ ਹੱਕ ਹੁੰਦਾ ਹੈ। ਤੇ ਹਰੇਕ ਵਕੀਲ ਦਾ ਪੇਸ਼ਾ ਵੀ ਇਹ ਕਹਿੰਦਾ ਹੈ ਕਿ ਉਹ ਦੋਸ਼ੀ ਜਿਹੜਾ ਵੀ ਹੋਵੇ, ਅਦਾਲਤ ਉਹਨੂੰ ਭਾਵੇਂ ਸਜ਼ਾ ਦੇਵੇ ਭਾਵੇਂ ਨਾ ਦੇਵੇ, ਪਰ ਉਹਦਾ ਵੀ ਫਰਜ਼ ਬਣਦਾ ਕਿ ਉਹ ਆਪਣੀ ਕਾਨੂੰਨੀ ਪੜ੍ਹਾਈਆਂ ਦੇ ਮੁਤਾਬਿਕ ਉਹਦਾ ਕੇਸ ਜਿਹੜਾ ਲੜੇ। ਪਰ ਸਮੇਤ ਸਿੰਘ ਸੈਣੀ ਦੇ ਕੇਸ ਦੇ ਵਿੱਚ ਕੀ ਬਣਿਆ? ਜਦੋਂ ਇੱਕ ਵਕੀਲ ਜਿਹੜਾ ਹੈ ਉਹ ਕੋਰਟ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਹੈ ਕਿ ਮੈਂ ਇਸ ਦੋਸ਼ੀ ਨੂੰ ਇਸ ਅਦਾਲਤ ਦੇ ਵਿੱਚ ਰਿਪਰੈਜ਼ੈਂਟ ਕਰਾਂਗਾ, ਤਾਂ ਉਸ ਤੋਂ ਬਾਅਦ ਇੱਕਦਮ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕੀ ਹੁੰਦਾ ਹੈ, ਕਿਹੜੇ ਲੋਕ ਕਨੈਕਸ਼ਨ ਕਿੱਥੋਂ ਚੁੱਕ ਕੇ ਕਿੱਥੇ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਤਾਂ ਵਕੀਲ ਸਾਹਿਬ ਜਿਹੜੇ ਕੇਸ ਨੂੰ ਰਿਪਰੈਜ਼ੈਂਟ ਕਰਨ ਗਏ ਸਨ, ਜਿਨ੍ਹਾਂ ਨੇ ਕੇਸ ਨੂੰ ਪੜ੍ਹਨ ਤੋਂ ਬਾਅਦ ਉਸ ਨੂੰ ਸਵੀਕਾਰ ਕੀਤਾ ਅਤੇ ਇਹ ਕਿਹਾ ਕਿ ਹਾਂ ਮੈਂ ਤੁਹਾਡਾ ਕੇਸ ਜਿਹੜਾ ਅਦਾਲਤ ਦੇ ਵਿੱਚ ਜਾ ਕੇ ਲੜਾਂਗਾ, ਅਤੇ ਇੱਕਦਮ ਅਦਾਲਤ ਦੇ ਵਿੱਚ ਕੇਸ ਲੜਨ ਤੋਂ ਬਾਅਦ ਜਦੋਂ ਉਹਨਾਂ ਦਾ ਨਾਮ ਪਬਲਿਕ ਗਲਿਆਰੇ ਦੇ ਵਿੱਚ ਆਉਂਦਾ ਹੈ, ਲੋਕਾਂ ਦੇ ਵਿੱਚ ਆਉਂਦਾ ਹੈ, ਤੇ ਕੀ ਇਹੋ ਜਿਹਾ ਹੋ ਗਿਆ ਕਿ ਜਿਸ ਦੇ ਨਾਲ ਉਹਨਾਂ ਨੂੰ ਮਾਫੀ ਮੰਗਣੀ ਪਈ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਜੋੜੇ ਹੱਥ, ਇਹ ਕੇਸ ਇੱਥੇ ਰਹਿ ਗਿਆ, ਮੈਂ ਇਹ ਕੇਸ ਨਹੀਂ ਲੜਨਾ ਤੇ ਮੈਂ ਚੱਲਿਆ ਵਾਪਸ। ਕੀ ਇਹੋ ਜਿਹਾ ਹੋਇਆ? ਅੱਜ ਉਹਦੇ ਉੱਤੇ ਵੀ ਖਾਸ ਤੌਰ ਤੇ ਅਸੀਂ ਗੱਲਬਾਤ ਕਰਾਂਗੇ ਅਤੇ ਰਾਜਨੀਤਿਕ ਗਲਿਆਰਿਆਂ ਦੀ ਵੀ ਥੋੜੀ ਬਹੁਤੀ ਜਾਂਚ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਅੱਜ ਜਦੋਂ ਅਸੀਂ ਸਮੇਤ ਸਿੰਘ ਸੈਣੀ ਹੋਣਾ ਦੀ ਗੱਲ ਕਰ ਰਹੇ ਹਾਂ ਤਾਂ ਵਕੀਲ ਸਤਨਾਮ ਸਿੰਘ ਕਲੇਰ ਹੋਣਾ ਦਾ ਜ਼ਿਕਰ ਜਿਹੜਾ ਅੱਜ ਸਭ ਤੋਂ ਜ਼ਿਆਦਾ ਹੋਇਆ। ਸਮੇਤ ਸੈਣੀ ਨਾਲੋਂ ਵੀ ਜ਼ਿਆਦਾ ਗੱਲ ਜਿਹੜੀ ਅੱਜ ਸਰਦਾਰ ਕਲੇਰ ਹੋਣਾ ਦੀ ਹੋਈ, ਕਿਉਂਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਾ ਕੇ ਇੱਕ ਵੀਡੀਓ ਜਿਹੜੀ ਪਾਈ, ਜਿਸ ਦੇ ਕਰਕੇ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਮਾਫੀ ਵੀ ਮੰਗੀ। ਪਹਿਲਾਂ ਕੀ ਕਾਰਨ ਸਨ ਉਹ ਆਪਾਂ ਵੀਡੀਓ ਜਿਹੜੀ ਉਹ ਵੇਖ ਲੈਂਦੇ ਹਾਂ, ਉਸ ਤੋਂ ਬਾਅਦ ਆਪਣੀ ਚਰਚਾ ਦਾ ਵਿਸ਼ਾ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ। ਦੇਖਦੇ ਹਾਂ ਜੀ ਉਹ ਵੀਡੀਓ। ਲੱਗਦਾ ਕਿ ਅਜੇ ਵੀਡੀਓ ਜਿਹੜੀ ਉਹ ਰੈਡੀ ਨਹੀਂ ਹੈਗੀ। ਆਪਾਂ ਜ਼ਰੂਰ ਇੱਥੇ ਗੱਲ ਕਰ ਦਿੰਦੇ ਹਾਂ। ਸਤਨਾਮ ਸਿੰਘ ਕਲੇਰ ਅਤੇ ਇਹ ਜਿਹੜੇ ਨੇ ਇਹ ਕੋਈ ਆਮ ਵਕੀਲ ਨਹੀਂ ਹੈਗੇ। ਇਹਨਾਂ ਦਾ ਜਿਹੜਾ ਪਿਛੋਕੜ ਹੈ ਜਾਂ ਜਿਹੜੇ ਸਬੰਧ ਦੱਸੇ ਜਾਂਦੇ ਨੇ ਉਹ ਬਾਦਲ ਪਰਿਵਾਰ ਦੇ ਨਾਲ ਬੜੇ ਗੂੜੇ ਜਿਹੜੇ ਨੇ ਉਹ ਸਬੰਧ ਦੱਸੇ ਜਾਂਦੇ ਨੇ। ਇਸ ਵੇਲੇ ਮੌਜੂਦਾ ਤੌਰ ਤੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਵੀ ਹੈਗੇ ਨੇ। ਮਤਲਬ ਕਿ SGPC ਦੇ ਵਿੱਚ ਜਿਹੜੇ ਵੀ ਧਾਰਮਿਕ ਕੇਸ ਜਾਂ ਕੋਈ ਵੀ ਕਾਨੂੰਨੀ ਕੇਸ ਬਣਦਾ ਹੈ, ਉਹਦੇ ਜਿਹੜੀ ਕਮਿਸ਼ਨ ਦੇ ਜਿੱਥੇ ਜਾ ਕੇ ਫੈਸਲੇ ਹੁੰਦੇ ਨੇ, ਉਸ ਦੇ ਵਿੱਚ ਇਹ ਚੇਅਰਮੈਨ ਨੇ। ਕਲੇਰ ਸਾਹਿਬ ਦੇ ਜਿਹੜੇ ਸੁਪੁੱਤਰ ਹੈਗੇ ਨੇ ਅਰਸ਼ਦੀਪ ਸਿੰਘ ਕਲੇਰ, ਉਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹਨਾਂ ਦਾ ਚੰਗਾ ਤਾਲਮੇਲ ਜਿਹੜਾ ਹੈਗਾ, ਅਤੇ ਬਾਦਲ ਪਰਿਵਾਰ ਦੇ ਨਾਲ ਵੀ ਉਹਨਾਂ ਦੇ ਚੰਗੇ ਜਿਹੜੇ ਨੇ ਉਹ ਸਬੰਧ ਹੈਗੇ ਨੇ, ਅਤੇ ਨਾਲ ਹੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਹ ਲੀਗਲ ਐਡਵਾਈਜ਼ਰ ਵੀ ਹੈਗੇ ਨੇ। ਅਤੇ ਇਸ ਕਰਕੇ ਜਦੋਂ ਸਤਨਾਮ ਸਿੰਘ ਕਲੇਰ ਜਿਹੜੇ ਨੇ ਉਹ ਕੇਸ ਨੂੰ ਰਿਪਰੈਜ਼ੈਂਟ ਕਰਨ ਗਏ
ਤੇ ਆਮ ਲੋਕਾਂ ਦੇ ਵੱਲੋਂ ਜਿਹੜਾ ਸੀ ਉਹ ਇਹ ਲਿੰਕ ਜੋੜੇ ਗਏ ਕਿ ਸਮੇਤ ਸਿੰਘ ਸੈਣੀ ਜਿਹੜੇ ਹੈਗੇ ਨੇ, ਸਮੇਤ ਸਿੰਘ ਸੈਣੀ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਵਕੀਲ ਜਿਹੜਾ ਹੈ ਜਿਹਦੇ ਉਹਨਾਂ ਦੇ ਸਬੰਧ ਨੇ ਉਹ ਬਾਦਲ ਪਰਿਵਾਰ ਦੇ ਨਾਲ ਨੇ, ਤੇ ਬਾਦਲ ਪਰਿਵਾਰ ਦੇ ਜਿਹੜਾ ਵਕੀਲ ਸਭ ਤੋਂ ਨੇੜੇ ਹੈਗਾ ਹੈ, ਉਹ ਸਮੇਤ ਸਿੰਘ ਸੈਣੀ ਨੂੰ ਇਸ ਹਾਲਾਤਾਂ ਦੇ ਵਿੱਚ ਰੀਪ੍ਰੈਜ਼ੈਂਟ ਕਰਨ ਕਿਉਂ ਪਹੁੰਚਿਆ। ਕੀ ਪੋਲੀਟੀਕਲ ਸਪੋਰਟ ਦੇਣ ਦੀ ਗੱਲ ਕੀਤੀ ਗਈ ਹੈ? ਪਰ ਕੁਝ ਹੀ ਮਿੰਟਾਂ ਦੇ ਵਿੱਚ ਸਤਨਾਮ ਸਿੰਘ ਕਲੇਰ ਹੋਣਾ ਨੇ ਜਿਹੜਾ ਹੈ ਉਹ ਆਪਣੇ ਆਪ ਨੂੰ ਕਿਹਾ ਕਿ ਨਹੀਂ, ਮੇਰੇ ਜੋੜੇ ਹੱਥ, ਮੈਂ ਜਿਹੜਾ ਇਸ ਕੇਸ ਦੇ ਵਿੱਚ ਹੋਰ ਜ਼ਿਆਦਾ ਤੁਹਾਨੂੰ ਰੀਪ੍ਰੈਜ਼ੈਂਟ ਨਹੀਂ ਕਰ ਸਕਦਾ। ਸੋ ਆਪਾਂ ਪਹਿਲਾਂ ਉਹ ਵੀਡੀਓ ਜਿਹੜੀ ਵੇਖਦੇ ਹਾਂ ਅਤੇ ਉਸ ਤੋਂ ਬਾਅਦ ਆਪਣੀ ਚਰਚਾ ਜਿਹੜੀ ਉਹ ਸ਼ੁਰੂ ਕਰਦੇ ਹਾਂ ਜੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਪਿਛਲੇ 44-45 ਸਾਲ ਤੋਂ ਵਕਾਲਤ ਦਾ ਪੇਸ਼ਾ ਕਰ ਰਿਹਾ ਹਾਂ। ਇਸ 45 ਸਾਲ ਦੇ ਦੌਰਾਨ ਵਿੱਚ ਮੈਂ ਹਜ਼ਾਰਾਂ ਹੀ ਕੇਸਾਂ ਵਿੱਚ ਪੇਸ਼ ਹੋਇਆ ਹਾਂ। ਮੇਰੀ ਵਕਾਲਤ ਨੂੰ, ਮੇਰੀ ਮਿਹਨਤ ਨੂੰ, ਮੇਰੀ ਲਗਨ ਨੂੰ ਦੇਖਦੇ ਹੋਏ ਮੈਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਮਾਣ ਮਿਲਿਆ ਔਰ ਮੈਨੂੰ ਉਸ ਦਾ ਚੇਅਰਮੈਨ ਲਗਾਇਆ ਗਿਆ, ਜਿਸ ਦੀ ਸੇਵਾ ਵੀ ਮੈਂ ਨਿਰਸਵਾਰਥ ਹੋ ਕੇ ਅੱਜ ਤੱਕ ਕਰਦਾ ਆ ਰਿਹਾ ਹਾਂ। ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚੋਂ ਮੈਂ ਕੋਈ ਤਨਖਾਹ, ਕੋਈ ਭੱਤੇ, ਕੋਈ ਪੈਟਰੋਲ ਜਾਂ ਹੋਰ ਕੋਈ ਸਹੂਲੀਅਤ ਨਹੀਂ ਲੈ ਰਿਹਾ ਅਤੇ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਮੈਂ ਉੱਥੇ ਸੇਵਾ ਨਿਭਾ ਰਿਹਾ ਹਾਂ। ਹੁਣ ਇੱਕ ਕੇਸ ਮੋਹਾਲੀ ਅਦਾਲਤ ਵਿੱਚ ਮੇਰੇ ਪੇਸ਼ ਹੋਣ ਤੇ ਬਹੁਤ ਸਾਰੇ ਆਦਮੀਆਂ ਨੇ ਸੋਸ਼ਲ ਮੀਡੀਆ ਤੇ ਉਸ ਦਾ ਇਤਰਾਜ਼ ਕੀਤਾ ਹੈ। ਮੈਂ ਉਹ ਕੇਸ ਸਿਰਫ ਪ੍ਰੋਫੈਸ਼ਨਲ ਹੋਣ ਦੇ ਨਾਤੇ ਲਿਆ ਸੀ, ਪਰ ਜਦੋਂ ਮੈਂ ਵੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਹ ਫੈਸਲਾ ਲਿਆ ਹੈ ਕਿ ਮੈਂ ਆਪਣੇ ਆਪ ਨੂੰ ਉਸ ਕੇਸ ਤੋਂ ਵੱਖ ਕਰਦਾ ਹਾਂ ਅਤੇ ਮੈਂ ਉਸ ਕੇਸ ਦੇ ਕਾਗਜ਼ ਤੱਕ ਵੀ ਪਾਰਟੀ ਨੂੰ ਵਾਪਸ ਕਰ ਦਿੱਤੇ ਹਨ ਅਤੇ ਮੈਂ ਕੱਲ ਤੋਂ ਉਸ ਕੇਸ ਵਿੱਚ ਪੇਸ਼ ਨਹੀਂ ਹੋਵਾਂਗਾ। ਅੰਤ ਵਿੱਚ ਜੇ ਮੇਰੇ ਉਸ ਕੇਸ ਵਿੱਚ ਪੇਸ਼ ਹੋਣ ਤੇ ਕਿਸੇ ਇਨਸਾਨ ਨੂੰ ਜਾਂ ਕਿਸੇ ਸਿੱਖ ਨੂੰ ਜਾਂ ਕਿਸੇ ਜਥੇਬੰਦੀ ਨੂੰ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਦੀ ਮਾਫੀ ਮੰਗਦਾ ਹਾਂ ਅਤੇ ਮੈਂ ਉਹ ਕੇਸ ਵਿੱਚ ਕੱਲ ਤੋਂ ਅਪੀਅਰ ਨਹੀਂ ਹੋ ਰਿਹਾ ਅਤੇ ਮੈਂ ਆਪਣੇ ਆਪ ਨੂੰ ਉਸ ਕੇਸ ਤੋਂ ਪੱਕੇ ਤੌਰ ਤੇ ਵੱਖ ਕਰ ਲਿਆ। ਮੈਂ ਆਪਣੇ ਆਪ ਨੂੰ ਪੱਕੇ ਤੌਰ ਤੇ ਇਸ ਕੇਸ ਤੋਂ ਵੱਖ ਕਰ ਲਿਆ। ਇਸ ਸ਼ਬਦਾਂ ਨੂੰ ਕਿਸ ਹਿਸਾਬ ਦੇ ਨਾਲ ਲਿਆ ਜਾ ਸਕਦਾ ਹੈ, ਇਹਦੇ ਉੱਤੇ ਗੱਲਬਾਤ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਬਣਦੀ ਹੈ। ਜੇ ਬਤੌਰ ਪ੍ਰੋਫੈਸ਼ਨਲ ਇੱਕ ਕੇਸ ਨੂੰ ਲਿਆ ਜਾਂਦਾ ਹੈ ਤਾਂ ਫਿਰ 24 ਘੰਟਿਆਂ ਦੇ ਵਿੱਚ ਇਹੋ ਜਿਹਾ ਕੀ ਵਾਪਰ ਗਿਆ ਕਿ ਉਸ ਕੇਸ ਤੋਂ ਵਾਕਆਊਟ ਕਰਨਾ ਪਿਆ। ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇਹਦੀ ਚਰਚਾ ਕਿਉਂ ਛਿੜੀ ਅਤੇ ਕਿਹੜੇ ਪਰਿਵਾਰ ਦੇ ਕਰਕੇ ਇਹ ਸਭ ਕੁਝ ਕਰਨਾ ਪਿਆ, ਅੱਜ ਇਹਦੇ ਉੱਤੇ ਵੀ ਖਾਸ ਤੌਰ ਤੇ ਗੱਲਬਾਤ ਕਰਨੀ ਪੈ ਰਹੀ ਹੈ। ਅਤੇ ਇੱਥੇ ਇਹ ਵੀ ਗੱਲ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਜੇ ਵਾਕਆਊਟ ਕਰਨਾ ਪਿਆ ਤੇ ਇੱਥੇ ਇਹ ਕਿਉਂ ਉਦਾਹਰਨ ਦੇਣੀ ਪਈ ਕਿ 40-45 ਸਾਲਾਂ ਤੋਂ ਅਸੀਂ ਹਮੇਸ਼ਾ ਜਿਹੜਾ ਉਹ ਸਮਾਜ ਦੀ ਸੇਵਾ ਕਰਦੇ ਰਹੇ ਹਾਂ, ਜਿਹਦੇ ਕਰਕੇ ਉਸ ਸੇਵਾ ਨੂੰ ਵੇਖਦੇ ਹੋਏ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਉਹਨਾਂ ਨੂੰ ਚੇਅਰਮੈਨ ਲਾਇਆ ਗਿਆ ਸੀ ਕਿ ਅੱਜ ਚੇਅਰਮੈਨੀ ਬਚਾਉਣ ਕਰਕੇ ਇਸ ਕੇਸ ਤੋਂ ਵੱਖਰੇ ਹੋਣਾ ਪਿਆ। ਕਿ ਇਹਨਾਂ ਚੀਜ਼ਾਂ ਦਾ ਧਿਆਨ ਜਾਂ ਇਹਦੀ ਚਰਚਾ ਕਰਨ ਦਾ ਟਾਈਮ ਪਹਿਲਾਂ ਨਹੀਂ ਮਿਲਿਆ ਕਿ ਇਹਦੇ ਨਾਲ ਕੀ ਨਫਾ ਹੋ ਸਕਦਾ ਹੈ, ਕੀ ਨੁਕਸਾਨ ਹੋ ਸਕਦਾ ਹੈ। ਕਿਉਂਕਿ ਸਮੇਤ ਸਿੰਘ ਸੈਣੀ ਹੋਣਾ ਦਾ ਖਿਲਾਫ ਜਦੋਂ FIR ਦਰਜ ਹੁੰਦੀ ਹੈ ਤਾਂ ਉਸ FIR ਦਰਜ ਹੋਣ ਤੋਂ ਬਾਅਦ ਉਹ ਮੋਹਾਲੀ ਦੀ ਇੱਕ ਅਦਾਲਤ ਦੇ ਵਿੱਚ ਐਂਟੀਸੈਪਟਰੀ ਬੇਲ ਜਿਹੜੀ ਹੈ ਉਹ ਲੈਣ ਦੀ ਕੋਸ਼ਿਸ਼ ਕਰਦੇ ਨੇ, ਜਿਹਨੂੰ ਆਪਾਂ ਆਗਾਮੀ ਬੇਲ ਕਹਿੰਦੇ ਆ। ਪਰ ਅਦਾਲਤ ਵੱਲੋਂ ਉਹਨਾਂ ਨੂੰ ਇਹ ਬੇਲ ਜਿਹੜੀ ਹੈ 8 ਤਰੀਕ ਨੂੰ ਜਿਹੜੀ ਇਹਨਾਂ ਨੇ ਦਰਖਾਸਤ ਲਾਈ ਸੀ ਉਹਦੇ ਵਿੱਚ ਨਹੀਂ ਦਿੱਤੀ ਜਾਂਦੀ ਅਤੇ ਇੱਕ ਦਿਨ ਬਾਅਦ ਦੀ ਜਿਹੜੀ ਹੈ ਉਹ ਤਰੀਕ ਪਾ ਦਿੱਤੀ ਜਾਂਦੀ ਹੈ ਕਿ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੂੰ ਧਿਰ ਬਣਾਉਣਾ ਅਤੇ ਉਹਨਾਂ ਨੂੰ ਜਾਣਕਾਰੀ ਦੇਣੀ ਹੈ ਉਹ ਬੜੀ ਜ਼ਰੂਰੀ ਹੈ। ਅਤੇ ਕੁਝ ਹੀ ਘੰਟਿਆਂ ਦੇ ਬਾਅਦ ਅਦਾਲਤ ਦੇ ਵਿੱਚ ਇਹ ਦੁਬਾਰਾ ਕੇਸ ਜਿਹੜਾ ਉਹ ਆਵੇਗਾ। ਪਰ ਪਹਿਲਾ ਵਕੀਲ ਜਿਹੜਾ 8 ਤਰੀਕ ਨੂੰ ਕੇਸ ਨੂੰ ਰਿਪਰੈਜ਼ੈਂਟ ਕਰਨ ਗਿਆ ਸੀ, ਉਹ ਵਕੀਲ ਜਿਹੜਾ ਹੁਣ ਇਸ ਕੇਸ ਨੂੰ ਰਿਪਰੈਜ਼ੈਂਟ ਨਹੀਂ ਕਰੇਗਾ, ਕੋਈ ਨਵਾਂ ਵਕੀਲ ਜਿਹੜਾ ਉਹ ਆਵੇਗਾ। ਸੋ ਪੁਰਾਣੇ ਕੇਸ ਨੇ, ਸੈਣੀ ਸਾਹਿਬ ਦਾ ਕੇਸ ਹੈਗਾ ਮਿੱਤਰਤਾ ਤੇ ਦੁਸ਼ਮਣੀ ਦੀ। ਅੱਜ ਜਿਹੜੀ ਅਸੀਂ ਖੁੱਲ੍ਹ ਕੇ ਗੱਲ ਕਰਾਂਗੇ ਕਿ ਮਿੱਤਰਤਾ ਕਿਹਦੇ ਕਰਕੇ ਇਹ ਕੇਸ ਲੈਣਾ ਪਿਆ ਤੇ ਦੁਸ਼ਮਣੀ ਕਿਹਦੇ ਕਰਕੇ ਇਹ ਕੇਸ ਛੱਡਣਾ ਪਿਆ। ਖਾਸ ਤੌਰ ਤੇ ਇਹਦੇ ਨਾਲ ਜਿਹੜੀ ਗੱਲਬਾਤ ਹੋਏਗੀ। ਦੂਜਾ ਜਿਹੜਾ ਸਾਡਾ ਵਿਸ਼ਾ ਅੱਜ ਰਹੇਗਾ
ਕੌਣ ਸੈਣੀ ਦੇ ਨਾਲ ਅਤੇ ਕੌਣ ਇਸ ਦੇ ਖਿਲਾਫ ਹੈਗਾ, ਇਹ ਵੀ ਅੱਜ ਪਤਾ ਜਿਹੜਾ ਇਸ ਆਪਾਂ ਚਰਚਾ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਾਂਗੇ। ਦੂਸਰੀ ਗੱਲ ਜਿਹੜੀ ਸਭ ਤੋਂ ਖੁੱਲ੍ਹ ਕੇ ਅੱਗੇ ਆ ਰਹੀ ਹੈ ਕਿ ਇਹ ਕਾਰਵਾਈ ਜਿਹੜੀ ਹੈਗੀ ਹੈ ਲੋਕਾਂ ਨੂੰ ਸਿਰਫ ਇਹ ਸੰਦੇਸ਼ ਦੇਣ ਵਾਸਤੇ ਹੈਗੀ ਹੈ ਕਿ ਅਸੀਂ 2022 ਦੀਆਂ ਚੋਣਾਂ ਵਿੱਚ ਵੀ ਜਿਹੜਾ ਹੈ ਉਹ ਉਤਰਨਾ ਹੈ, ਅਤੇ ਉਹਨਾਂ ਚੋਣਾਂ ਦੇ ਵਿੱਚ ਉਤਰਨ ਦੇ ਲਈ ਹੁਣ ਤੋਂ ਜਿਹੜੀ ਉਹ ਭੂਮਿਕਾ ਬਣਾਉਣੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਉਹ ਸ਼ੁਰੂ ਕਰ ਦਿੱਤੀ ਗਈ ਹੈ। ਕਹਿਣ ਤੋਂ ਭਾਵ ਕਿ ਕਾਂਗਰਸ ਪਾਰਟੀ ਆਪਣੇ ਪੈਰ ਜਿਹੜੇ ਨੇ ਉਹ ਸਿੱਧੇ ਕਰ ਰਹੀ ਹੈ ਕਿ ਹੁਣ ਆਪਾਂ ਜਿਹੜਾ 2022 ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਉਤਰਨਾ ਹੈ। ਉਸ ਕਰਕੇ ਇਹ FIR ਜਿਹੜੀ ਆ ਉਹ ਕੱਟੀ ਗਈ ਹੈ ਤੇ ਹੁਣ ਇਸ ਕੇਸ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਅਤੇ ਅੱਜ ਦੇ ਨਾਲ ਕਿਉਂਕਿ ਵਿਸ਼ਾ ਜਿਹੜਾ ਉਹ ਵਕੀਲ ਦਾ ਵੀ ਹੁੰਦਾ ਹੈ, ਕਿਉਂਕਿ ਜਿਹੜਾ ਦੋਸ਼ੀ ਹੈ ਉਹਦੇ ਬਾਰੇ ਤਾਂ ਆਪਾਂ ਚਰਚਾ ਕਰਾਂਗੇ ਹੀ, ਵਕੀਲ ਜਿਹੜਾ ਹੈ ਉਹ ਕਿਉਂ ਮਾਫੀਆਂ ਮੰਗ ਰਿਹਾ ਹੈ ਉਹਦੇ ਉੱਤੇ ਵੀ ਅਸੀਂ ਜਿਹੜਾ ਅੱਜ ਖੁੱਲ੍ਹ ਕੇ ਜਿਹੜੀ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ 4 ਗੈਸਟ ਜਿਹੜੇ ਨੇ ਅੱਜ ਜੁੜਨਗੇ, ਜਿਨ੍ਹਾਂ ਦੇ ਵਿੱਚ ਸਰਦਾਰ ਸਤਵੀਰ ਸਿੰਘ ਭਿੰਡਰ ਜੀ ਜਿਹੜੇ ਨੇ ਉਹ ਸਾਡੇ ਨਾਲ ਖਾਸ ਤੌਰ ਤੇ ਜੁੜਨਗੇ, ਅਤੇ ਨਾਲ ਹੀ ਨਾਲ ਸਰਦਾਰ ਨਰਿੰਦਰ ਸਿੰਘ ਜੀ ਹੁੰਦਲ ਉਹ ਵੀ ਜਿਹੜੇ ਨੇ ਖਾਸ ਤੌਰ ਤੇ ਅੱਜ ਸਾਨੂੰ ਕੈਲੀਫੋਰਨੀਆ ਤੋਂ ਜੁੜਨਗੇ। ਸਰਦਾਰ ਗੁਲਜ਼ਾਰ ਸਿੰਘ ਨਿਰਮਾਨ ਜੀ ਜਿਹੜੇ ਨੇ, ਕਿਉਂਕਿ ਸਮੇਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਜਿਹੜਾ ਲੋਕਾਂ ਨੂੰ ਜਿਹੜਾ ਜਾਣਕਾਰੀ ਦਿੰਦੇ ਰਹਿੰਦੇ ਨੇ, ਉਹ ਵੀ ਸਾਡੇ ਨਾਲ ਅੱਜ ਖਾਸ ਤੌਰ ਤੇ ਜੁੜਨਗੇ। ਅਤੇ ਸਰਦਾਰ ਭੁਪਿੰਦਰ ਸਿੰਘ ਖਾਲਸਾ ਉਹ ਵੀ ਖਾਸ ਤੌਰ ਤੇ ਅੱਜ ਸਾਡੇ ਨਾਲ ਜਿਹੜੇ ਨੇ ਉਹ ਜੁੜਨਗੇ। ਸਭ ਤੋਂ ਪਹਿਲਾਂ ਮੈਂ ਸਰਦਾਰ ਨਰਿੰਦਰ ਸਿੰਘ ਹੁੰਦਲ ਹੋਣਾ ਕੋ ਜਾਣਨਾ ਹੈ। ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਸਾਨੂੰ ਦਿੱਤਾ ਹੈ। ਤੇ ਮੈਂ ਜ਼ਰੂਰ ਤੁਹਾਡੇ ਕੋਲ ਇੱਕ ਜਾਣਕਾਰੀ ਹਾਸਲ ਕਰਨਾ ਚਾਹਾਂਗਾ ਬਤੌਰ ਪੱਤਰਕਾਰ। ਜਦੋਂ ਤੁਹਾਡੇ ਕੋਲ ਇਹ ਜਾਣਕਾਰੀ ਆਉਂਦੀ ਹੈ ਕਿ ਸਾਬਕਾ DGP ਸਮੇਤ ਸੈਣੀ ਹੋਣਾ ਦੇ ਖਿਲਾਫ ਜਿਹੜੀ FIR ਦਰਜ ਹੋ ਜਾਂਦੀ ਹੈ, ਹਰ ਕੋਈ ਇਹ ਮੰਨ ਰਿਹਾ ਸੀ ਕਿ ਠੀਕ ਹੈ ਹੁਣ ਅਦਾਲਤਾਂ ਦੇ ਵਿੱਚ ਕੇਸ ਚੱਲੇਗਾ, ਪਰ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਜਿਹੜਾ ਕੇਸ ਚੱਲ ਗਿਆ ਇਹਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਕੀ ਅਸਰ ਪੈਣ ਜਾ ਰਿਹਾ? ਸਭ ਤੋਂ ਪਹਿਲਾਂ ਮਨੀਸ਼ ਬਿਆਲਾ ਜੀ, ਮੈਂ ਚੜ੍ਹਦੀ ਕਲਾ ਟਾਈਮ TV ਦੇ ਸਰੋਤਿਆਂ ਨੂੰ ਜਿਹੜੇ ਇਹ ਪ੍ਰੋਗਰਾਮ ਦੇਖ ਰਹੇ ਆ ਬਹੁਤ ਸਤਿਕਾਰ ਸਾਹਿਬ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਵਿਚਾਰ ਚਰਚਾ ਦਾ ਵਿਸ਼ਾ ਲੈ ਕੇ ਤੁਸੀਂ ਅੱਜ ਆਏ ਹੋ, ਇਹ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਸੁਮੇਧ ਸੈਣੀ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਬਹੁਤ ਵੱਡੇ ਜ਼ਾਲਮ ਪੁਲਿਸ ਅਫਸਰ ਵਜੋਂ ਜਾਣਿਆ ਜਾਂਦਾ ਸੀ, ਉਸ ਨੇ ਆਪਣੀ ਸਾਰੀ ਸਰਵਿਸ ਦੇ ਦਰਮਿਆਨ ਮੈਂ ਸਮਝਦਾ ਕਿ ਬਹੁਤ ਵੱਡੇ ਜ਼ੁਲਮ ਕੀਤੇ। ਉਹ SSP ਤੋਂ ਲੈ ਕੇ DGP ਤੱਕ ਦੇ ਅਹੁਦਿਆਂ ਤੱਕ, ਜੇ ਉਹਦੀ ਅਸੀਂ ਸਾਰੀ ਪੁਰਾਣੀ ਹਿਸਟਰੀ ਦੇਖ ਲਈਏ, ਉਸ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਕਪਤਾਨ ਹੁੰਦਿਆਂ ਹੋਇਆਂ DGP ਦੇ ਅਹੁਦੇ ਤੱਕ ਪਹੁੰਚਣ ਤੱਕ ਬਹੁਤ ਵੱਡੇ ਜ਼ੁਲਮ ਕਰਕੇ ਉਸ ਦਾ ਜਿਹੜਾ ਨਾਂ ਆ ਜ਼ਾਲਮਾਂ ਦੇ ਵਿੱਚ ਗਿਣਿਆ ਗਿਆ। ਲੇਕਿਨ ਰੱਬ ਦੇ ਘਰ ਦੇ ਵਿੱਚ ਦੇਰ ਆ ਅੰਧੇਰ ਨਹੀਂ। ਭਾਵੇਂ ਉਹਦੇ ਪਿਤਾ ਜੀ ਮੁਲਤਾਨੀ ਸਾਹਿਬ ਦੇ ਉਹ ਜਦੋਂ ਜਹਿਦ ਕਰਦੇ ਰਹੇ, ਲੇਕਿਨ ਉਹਨਾਂ ਨੂੰ ਉਹਨਾਂ ਦੇ ਜਿਉਂਦੇ ਇਨਸਾਫ ਨਹੀਂ ਮਿਲਿਆ। ਉਸ ਦੇ ਭਾਈ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਜਦੋਂ ਜਹਿਦ ਆਪਣੀ ਆਰੰਭ ਕੀਤੀ ਤੇ ਉਸ ਤੇ ਕਾਰਵਾਈ ਦੇ ਉੱਤੇ ਬਹੁਤ ਵੱਡੀ ਮੈਂ ਸਮਝਦਾ ਉਸ ਦੀ ਇਹ ਜਿੱਤ ਆ ਕਿ ਹਾਈ ਕੋਰਟ ਦੇ ਵਿੱਚੋਂ ਉਸ ਨੂੰ ਇਹ ਰਾਹਤ ਮਿਲੀ ਆ ਕਿ ਇਸ ਜ਼ਾਲਮ ਦੇ ਖਿਲਾਫ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਪਰਚਾ ਦਰਜ ਕਰਨ ਦੀ, ਤੇ ਮੋਹਾਲੀ ਦੇ ਵਿੱਚ ਉਸ ਦੇ ਖਿਲਾਫ ਪਰਚਾ ਦਰਜ ਹੋਇਆ। ਮੈਂ ਇਹ ਵੀ ਗੱਲ ਬੜੀ ਮਾਣ ਦੇ ਨਾਲ ਔਰ ਜਦੋਂ ਖਬਰ ਪੜ੍ਹੀ ਅੱਜ ਕਹਿ ਸਕਦਾ ਕਿ ਪ੍ਰਮਾਤਮਾ ਬਹੁਤ ਬੇਅੰਤ ਆ, ਵਾਹਿਗੁਰੂ ਦੀ ਜਿਹੜੀ ਸ਼ਕਤੀ ਆ ਉਹ ਬੜੀ ਬੇਅੰਤ ਆ। ਉਹੀ DGP ਜਿਹਦੇ ਇਸ਼ਾਰੇ ਦੇ ਉੱਤੇ ਸਾਰੇ ਇੰਡੀਆ ਦੇ ਵਿੱਚ ਪਤਾ ਨਹੀਂ ਸੀ ਕਹਿੰਦੇ ਹਿਲਦਾ, ਅੱਜ ਜਦੋਂ ਤੜਕੇ ਉਸਨੇ ਪੰਜਾਬ ਤੋਂ ਚੰਡੀਗੜ੍ਹ ਤੋਂ ਅੱਗੇ ਹਿਮਾਚਲ ਦਾ ਬਾਰਡਰ ਕ੍ਰੋਸ ਕਰਨਾ ਚਾਹਿਆ ਤਾਂ ਉਸ ਨੂੰ ਹਿਮਾਚਲ ਦੀ ਪੁਲਿਸ ਨੇ ਉਧਰ ਲੰਘਣ ਨਹੀਂ ਦਿੱਤਾ। ਇਹ ਵੀ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਇਨਸਾਫ ਦੀ ਗੱਲ ਆ। ਬਾਕੀ ਜਿਹੜੀ ਤੁਸੀਂ ਗੱਲ ਮਨੀਸ਼ ਬਿਆਲਾ ਜੀ ਆਰੰਭ ਕੀਤੀ ਆ ਜੋ ਸੁਮੇਧ ਸੈਣੀ ਦੇ ਬਾਰੇ, ਕਿ ਉਹ ਠੀਕ ਆ ਜੋ ਪੰਜਾਬ ਦੀ ਜਾਂ ਇੰਡੀਆ ਦੀ ਜੁਡੀਸ਼ਰੀ ਆ ਉਸ ਨੇ ਇੱਕ ਬਹੁਤ ਵੱਡਾ ਫੈਸਲਾ ਦਿੱਤਾ ਆ, ਇਨਸਾਫ ਦਿੱਤਾ ਆ। ਉਸ ਤੋਂ ਅੱਗੇ ਉਹਦੇ ਖਿਲਾਫ ਮੋਹਾਲੀ ਦੇ ਵਿੱਚ ਪਰਚਾ ਦਰਜ ਹੋਇਆ ਔਰ ਉਸ ਨੇ ਜ਼ਮਾਨਤ ਦੀ ਅਰਜ਼ੀ ਲਾਈ
ਗੱਲ ਅੱਜ ਚੱਲੀ ਆ ਸਰਦਾਰ ਸਤਨਾਮ ਸਿੰਘ ਕਲੇਰ ਹੋਣਾ ਦੀ। ਇਹਨਾਂ ਨੇ ਪਹਿਲਾਂ ਉਹਨਾਂ ਦੀ ਵਕਾਲਤਨਾਮੇ ਦੇ ਉੱਤੇ ਸਾਈਨ ਕਰਕੇ ਵਕੀਲ ਹੋਣਾ ਪ੍ਰਵਾਨ ਕੀਤਾ, ਲੇਕਿਨ ਜਦੋਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਾਹਣਤਾਂ ਪਈਆਂ, ਉਹਨਾਂ ਨੂੰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਫਟਕਾਰਾਂ ਪਈਆਂ ਤੇ ਉਹਨਾਂ ਦੀ ਆਤਮਾ ਨੇ ਉਹਨਾਂ ਨੂੰ ਜ਼ਰੂਰ ਝੰਜੋੜਿਆ, ਜਿਸ ਦੇ ਕਰਕੇ ਉਹਨਾਂ ਨੇ ਸਮੇਧ ਸੈਣੀ ਦੇ ਕੇਸ ਤੋਂ ਆਪਣੇ ਆਪ ਨੂੰ ਕੀਤਾ। ਮੈਂ ਸਮਝਦਾ ਇਹ ਵੀ ਇੱਕ ਬਹੁਤ ਚੰਗੀ ਗੱਲ ਆ। ਉਸ ਤੋਂ ਅੱਗੇ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਕੋਈ ਵੀ ਵਕੀਲ ਜਿਹਦੇ ਵਿੱਚ ਰਤੀ ਭਰਵੀਂ ਸਿੱਖੀ ਦਾ ਮਾਦਾ ਹੋਵੇ, ਜਿਹਦੇ ਵਿੱਚ ਰਤੀ ਭਰਵੀਂ ਪੰਜਾਬੀਅਤ ਦਾ ਦਰਦ ਹੋਵੇ, ਜਿਹਦੇ ਵਿੱਚ ਮਾਸੂਮੀਅਤ ਪ੍ਰਤੀ ਸੁਹਿਰਦਤਾ ਹੋਵੇ, ਕੋਈ ਵੀ ਵਕੀਲ ਸਮੇਧ ਸੈਣੀ ਦਾ ਕੇਸ ਨਹੀਂ ਲਵੇਗਾ। ਸਿਰਫ ਉਹੀ ਉਹਦਾ ਕੇਸ ਫੜਨ ਦੀ ਕੋਸ਼ਿਸ਼ ਕਰੇਗਾ ਜਿਹਦੀ ਬਿਰਤੀ ਜ਼ਾਲਮਾਨਾ ਹੋਵੇਗੀ, ਜਿਹੜਾ ਪੈਸੇ ਦੇ ਨਾਲ ਪਿਆਰ ਕਰਨ ਵਾਲਾ ਹੋਵੇਗਾ, ਔਰ ਜਿਹੜਾ ਜਲਾਦ ਰੂਪੀ ਵਕੀਲ ਹੋਵੇਗਾ ਉਹੀ ਸਮੇਧ ਸੈਣੀ ਦਾ ਵਕੀਲ ਹੋਵੇਗਾ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹ ਗੱਲ ਸਮਝਦਾ ਕਿ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਸਮੇਧ ਸੈਣੀ ਨੂੰ ਫਟਕਾਰਾਂ ਪੈ ਰਹੀਆਂ ਹਨ, ਉੱਥੇ ਇਸ ਗੱਲ ਦੀਆਂ ਵੀ ਅਰਦਾਸਾਂ ਹੋ ਰਹੀਆਂ ਕਿ ਮੁਲਤਾਨੀ ਪਰਿਵਾਰ ਦਾ ਜਿਹੜਾ ਰੋਸ਼ਨ ਚਿਰਾਗ ਇਸ ਨੂੰ ਘਰੋਂ ਚੁੱਕ ਕੇ ਇਸ ਨੇ ਲਾਪਤਾ ਕੀਤਾ, ਪਤਾ ਨਹੀਂ ਕਿੱਡੇ ਕਿੱਡੇ ਤਸ਼ੱਦਦ ਉਸ ਦੇ ਉੱਤੇ ਕੀਤੇ। ਅੱਜ ਸਮਾਂ ਆ ਗਿਆ ਸਮੇਧ ਸੈਣੀ ਨੂੰ ਉਹਦਾ ਜੋ ਉਸਨੇ ਜ਼ੁਲਮ ਕੀਤੇ ਸਨ, ਉਹਨਾਂ ਜ਼ੁਲਮਾਂ ਦਾ ਖਮਿਆਜ਼ਾ ਭੁਗਤਣ ਦਾ ਅੱਜ ਸਮਾਂ ਆਇਆ। ਤੇ ਮੈਂ ਸਮਝਦਾ ਕਿ ਹੁਣ ਜ਼ੁਲਮਾਂ ਦਾ ਜਿਹੜੇ ਜ਼ੁਲਮ ਕੀਤੇ ਸਨ ਹੁੰਦਲ ਸਾਹਿਬ, ਵੇਖਦੇ ਆ ਕਿ ਉਹਦਾ ਸਜ਼ਾ ਮਿਲਦੀ ਕਿ ਨਹੀਂ ਮਿਲਦੀ, ਕਿਉਂਕਿ ਕਾਨੂੰਨ ਜਿਹੜਾ ਹੈ ਉਹ ਕਸ਼ੂ ਕੰਮੇ ਤੋਂ ਵੀ ਹੌਲੀ ਜਿਹੜਾ ਚੱਲਣ ਵਾਲਾ ਹੈਗਾ। ਮੈਂ ਗੁਲਜ਼ਾਰ ਸਿੰਘ ਜੀ ਤੁਹਾਡੇ ਕੋਲ ਆਉਣਾ ਹੈ। ਪੰਜਾਬ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਕੇਸ ਨੇ, ਪਰ ਉਹਨਾਂ ਦੇ ਨਾਲ ਪੰਜਾਬ ਦੀ ਰਾਜਨੀਤੀ ਨਹੀਂ ਹਿਲਦੀ। ਪਰ ਇਸ ਕੇਸ ਦੇ ਵਿੱਚ ਪੰਜਾਬ ਦੀ ਰਾਜਨੀਤੀ ਕਿਉਂ ਇੱਕਦਮ ਹਿਲ ਗਈ? ਕਿਉਂ ਇੱਕਦਮ ਜਿਹੜਾ ਉੱਥੇ ਭੁਚਾਲ ਜਾ ਆ ਗਿਆ ਕਿ ਵਕੀਲਾਂ ਨੂੰ ਵੀ ਇਹ ਸੋਚਣਾ ਪਿਆ ਕਿ ਹੁਣ ਸਾਡੇ ਦੇ ਨਾਲ ਜਿਹੜਾ ਉਹ ਲੱਗਦਾ ਕਿ ਰਾਜਨੀਤਿਕ ਗਲਿਆਰਿਆਂ ਦੇ ਵਿੱਚ, ਰਾਜਨੀਤਿਕ ਅਕਾਵਾਂ ਦੇ ਵਿੱਚ ਵੀ ਜਿਹੜਾ ਉਹਦਾ ਅਸਰ ਜਾ ਸਕਦਾ, ਸੇਕ ਜਾ ਸਕਦਾ ਹੈ। ਤਾਂ ਮਿੰਟੋ ਮਿੰਟੀ ਜਿਹੜੀ ਉਹ ਕਿਤਾਬ ਬੰਦ ਕਰਕੇ ਕਹਿਤਾ ਕਿ ਆਪਾਂ ਕੇਸ ਨਹੀਂ ਲੜਦੇ। ਕੀ ਕਹੋਗੇ ਇਹਦੇ ਉੱਤੇ? ਬਿਆਲਾ ਸਾਹਿਬ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਪੈਨਲ 'ਚ ਸਾਰੇ ਬੁੱਧੀਜੀਵੀ ਸਹਿਬਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਿਆਲਾ ਸਾਹਿਬ, ਇਹ ਜਿਹੜੀ ਗੱਲ ਹੈ ਨਾ, ਇਹ ਜਿਹੜੀ ਜਿੱਥੋਂ ਹੁੰਦਲ ਸਾਹਿਬ ਨੇ ਗੱਲ ਸ਼ੁਰੂ ਕੀਤੀ ਹੈ, ਜਿਹੜਾ ਸਮੇਧ ਸਿੰਘ ਸੈਣੀ ਹੈ, ਇਹ ਕੇਸ ਇਸ ਕਰਕੇ ਇੰਨਾ ਹਾਈਲਾਈਟ ਹੋਇਆ। ਇਹ ਬਹੁਤ ਜ਼ਾਲਮ ਅਫਸਰ ਹੈ। ਇਹਨੇ ਤੁਸੀਂ ਹੁੰਦਲ ਸਾਹਿਬ ਨੇ ਤਾਂ ਫਿਰ ਕਾਨੂੰਨ ਅਨੁਸਾਰ ਸੋਚਿਆ ਵੀ ਸ਼ਾਇਦ ਇਨਸਾਫ ਮਿਲ ਜੇ, ਪਰ ਇਹ ਮੁਲਕ 'ਚ ਜਿੱਥੇ ਇੱਕ IAS ਆਫਿਸਰ ਸਰਦਾਰ ਸ਼ਮਸ਼ੇਰ ਸਿੰਘ ਮੁਲਤਾਨੀ ਨੂੰ ਆਪਣੇ ਪੁੱਤਰ ਦੇ ਕਤਲ ਹੋਣ ਦੀ, ਲਾਪਤਾ ਹੋਣ ਦੀ ਜਿਹੜੀ FIR ਲਿਖਾਉਣ ਨੂੰ 29 ਸਾਲ ਲੱਗ ਗਏ, ਤੁਸੀਂ ਕਿੱਥੋਂ ਇਨਸਾਫ ਭਾਲਦੇ ਨੇ ਸਿੱਖੇ ਮੁਲਕ 'ਚ? ਮੇਰਾ ਵਿਸ਼ਵਾਸ ਹੈ ਕਿ ਇਹ ਮੁਲਕ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਇੱਥੇ ਮਿਲੇਗਾ, ਕਿਉਂਕਿ 29 ਸਾਲ ਕੇਸ ਨਹੀਂ ਚੱਲਿਆ। ਜੇ ਅੱਜ ਕੇਸ ਚੱਲਿਆ, 29 ਸਾਲ ਬਾਅਦ ਜੇ ਫੈਸਲਾ ਹੋਇਆ, ਉਦੋਂ ਤੱਕ ਇਹ ਜ਼ਾਲਮ ਪੁਲਿਸ ਅਫਸਰ ਇਸ ਦੁਨੀਆ ਤੋਂ ਜਾ ਚੁੱਕਿਆ ਹੋਵੇਗਾ। ਇਸ ਨੇ ਇੰਨੀ ਬੁਰੀ ਤਰ੍ਹਾਂ ਉਹ ਨੌਜਵਾਨ ਝੰਜੋੜਿਆ। ਤੇ ਦੂਜੀ ਕਾਰਨ ਜਿਹੜਾ ਮੁੱਖ ਚਰਚਾ 'ਚ ਆਉਣ ਦਾ ਕਾਰਨ ਹੈ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਬਹੁਤ ਵੱਡੀ ਸੰਸਥਾ, ਉਹਦੇ ਜਿਹੜੀ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾਇਆ ਸੁਖਦੇਵ ਸਿੰਘ ਕਲੇਰ, ਜਿਹਨਾਂ ਦੀ ਤੁਸੀਂ ਵੀਡੀਓ ਸੁਣਾਈ ਆ। ਕਲੇਰ ਸਾਹਿਬ ਨੇ ਆਖਿਆ ਜੇ ਕਿਸੇ ਸਿੱਖ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੇਰਾ ਸਵਾਲ ਹੈ, ਉਹਨਾਂ ਦੇ ਜਿਹੜਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਆ ਉਹ ਸਿੱਖ ਨਹੀਂ ਹੈ, ਉਹਦੀ ਕੋਈ ਭਾਵਨਾ ਨਹੀਂ। ਉਹਦੀ ਭਾਵਨਾ ਦਾ ਉਹਨੇ ਜਿਹੜੇ ਸਾਡੇ ਐਡੇ ਭਾਈ ਸ਼ਹੀਦ ਕੀਤੇ, ਨਿਰਦੋਸ਼ ਨੌਜਵਾਨ ਜੇਲ੍ਹਾਂ 'ਚ ਸੜ ਰਹੇ ਨੇ, ਉਹ ਤਾਂ ਇਸ ਬੰਦੇ ਨੂੰ ਬਚਾਉਣ ਕਰਕੇ ਬਾਦਲ ਕਿਆਂ ਨੇ, ਜਿਹੜਾ ਸਾਡਾ ਸਤਿਕਾਰਯੋਗ ਵੀਰ ਹੈ ਦਵਿੰਦਰਪਾਲ ਸਿੰਘ ਭੁੱਲਰ, ਉਹਨੂੰ ਚੰਡੀਗੜ੍ਹ ਨਹੀਂ ਆਉਣ ਦਿੱਤਾ, ਕਿਉਂਕਿ ਉਹ ਆ ਕੇ ਆਪਣੇ ਪਰਿਵਾਰ ਦੀ
ਪੈਰਵਾਈ ਨਾ ਕਰ ਸਕੇ। ਤੁਹਾਨੂੰ ਪਤਾ 2007 ਚ ਉਹ ਇਹਦੇ ਖਿਲਾਫ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ ਆਪਣੇ ਪਿਤਾ ਆਪਣੇ ਪਰਿਵਾਰ ਦੇ 4 ਮੈਂਬਰ ਲਾਪਤਾ ਕਰਕੇ ਕਤਲ ਕਰਨ ਦੀ ਜਿਹੜੀ ਜਾਂਚ ਹੈ ਉਹ ਬੇਨਤੀ ਕੀਤੀ ਸੀ ਕੋਰਟ ਨੂੰ। ਸੁਪਰੀਮ ਕੋਰਟ ਨੇ ਉਹਦੇ ਤੇ ਕੀਤਾ ਸੀ ਹੁਕਮ CBI ਨੂੰ ਕਿ ਇਹ ਬੰਦੇ ਲੱਭੋ, ਪਰ ਉਸ ਸਮੇਂ ਬਾਦਲ ਕਿਆ ਨੇ ਆਪਣੀ ਰਾਜਸੀ ਪਹੁੰਚ ਬਣਾ ਕੇ ਇਹਨਾਂ ਨੇ ਉੱਥੇ ਕੋਰਟ 'ਚ ਇਹ ਜਿਹੜਾ ਦਿੱਤਾ ਸੀ ਹਲਫਨਾਮਾ ਕਿ ਜਿਹੜਾ ਸੁਮੇਧ ਸੈਣੀ ਹੈ ਇਹ ਬੜਾ ਕਾਬਲ ਆਫਿਸਰ ਹੈ ਅਤੇ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਹੈ ਇਹ ਅੱਤਵਾਦੀ ਹੈ। ਇਸ ਕਰਕੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਨੇ, ਕਿਉਂਕਿ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਆਪਾਂ ਇਹਦੇ ਉੱਤੇ ਅੱਗੇ ਜਾ ਕੇ ਜੀ ਅੱਗੇ ਜਾ ਕੇ ਵੀ ਇੱਥੇ ਜਿੰਨਾ ਚਰਚਾ ਚਿਰ ਕਰਾਂਗੇ, ਪਰ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾਂ ਪੋਲੀਟੀਕਲੀ ਕਨੈਕਸ਼ਨ ਜੋੜ ਲਈਏ। ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਿੱਖੀ ਦਾ ਜਿਹੜਾ ਉੱਥੇ ਪੰਜਾਬ ਦੇ ਵਿੱਚ ਕਾਂਡ ਹੋਇਆ ਇਹਦੇ ਵਿੱਚ ਕੋਈ ਵੀ ਦੁਰ ਰਾਏ ਜਿਹੜੀ ਉਹ ਨਹੀਂ ਹੈਗੀ, ਪਰ ਜਿਹੜੇ ਪੋਲੀਟੀਕਲ ਲੋਕਾਂ ਨੇ ਇਹਨਾਂ ਨੂੰ ਲਾਇਆ ਤੇ ਲਵਾਇਆ ਉਹਨਾਂ ਨੂੰ ਵੀ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈ ਆਪਾਂ ਸਨਮਾਨਿਤ ਕਰਦੇ ਰਹੇ ਹਾਂ। ਉਹਨਾਂ ਨੂੰ ਵੀ ਆਪਾਂ ਇਹ ਕਹਿੰਦੇ ਰਹੇ ਹਾਂ ਕਿ ਉਹਨਾਂ ਨੇ ਸਿੱਖੀ ਦੀ ਬੜੀ ਸੇਵਾ ਕੀਤੀ ਹੈ। ਆਪਾਂ ਦੂਸਰੇ ਪਾਸੇ ਵੀ ਆ ਕੇ ਵੇਖੀਏ ਕਿ ਆਪਾਂ ਉਸ ਪਾਸੇ ਨੂੰ ਵੀ ਇਹਦੇ ਕਨੈਕਸ਼ਨ ਜੋੜਨ ਦੀ ਕੋਸ਼ਿਸ਼ ਕਰੀਏ ਕਿ ਉਧਰ ਵੀ ਸੱਚਾਈ ਜਿਹੜੀ ਉਹ ਕੀ ਹੈਗੀ ਹੈ। ਅਸਲ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਹੱਥ ਟੋਕੇ ਬਣੇ ਨੇ, ਜਿਨ੍ਹਾਂ ਦੇ ਕਹਿਣ ਦੇ ਉੱਤੇ ਇਹਨਾਂ ਨੇ ਇਹ ਸਭ ਕੁਝ ਕੀਤਾ ਹੈ, 29 ਸਾਲ ਤੱਕ ਇਨਸਾਫ ਤੋਂ ਜਿਨ੍ਹਾਂ ਨੇ ਰੋਕਿਆ ਗਿਆ, ਜਿਹੜੇ ਪਰਿਵਾਰਾਂ ਨੇ ਸ਼ੈਲਟਰ ਪ੍ਰੋਵਾਈਡ ਕੀਤਾ, ਜਿਹੜੇ ਰਾਜਨੀਤਿਕ ਲੋਕਾਂ ਨੇ ਸ਼ੈਲਟਰ ਪ੍ਰੋਵਾਈਡ ਕੀਤਾ, ਅੱਜ ਕੀ ਉਹਨਾਂ ਨੂੰ ਵੀ ਸਵਾਲ ਨਹੀਂ ਹੋਣਾ ਚਾਹੀਦਾ ਕਿ ਉਹ ਕਿਉਂ ਇਹਨਾਂ ਲੋਕਾਂ ਨੂੰ ਜਿਹੜਾ ਉਹ ਸ਼ੈਲਟਰ ਪ੍ਰੋਵਾਈਡ ਕਰਾਉਂਦੇ ਰਹੇ ਅਤੇ ਉਹ ਲੋਕ ਜਿਹੜੇ ਖੁਰਦ-ਬੁਰਦ ਕਰ ਦਿੱਤੇ ਗਏ ਅੱਜ ਵੀ ਉਹ ਪੁਲਿਸ ਤੇ ਜਿਹੜੇ ਕੇਸ ਹੈਗੇ ਨੇ, ਜਿਹੜੀਆਂ ਫਾਈਲਾਂ ਨੇ ਉਹਨਾਂ ਦੇ ਵਿੱਚ PO ਜਿਹੜੇ ਨੇ ਉਹਨਾਂ ਨੂੰ ਡਿਕਲੇਅਰ ਕੀਤਾ ਹੋਇਆ। ਮੈਂ ਮੁਲਤਾਨੀ ਦੀ ਗੱਲ ਕਰਦਾ, ਅੱਜ ਵੀ ਜਿਹੜਾ ਪੁਲਿਸ ਰਿਕਾਰਡ ਕਹਿੰਦਾ ਉਹ PO ਉਹਨੂੰ ਕਹਿੰਦਾ। ਜਿੱਥੇ ਤੱਕ ਮੁਲਤਾਨੀ ਦੀ ਗੱਲ ਹੈ ਮੇਰੇ ਸਤਿਕਾਰਯੋਗ ਬਲਵੰਤ ਸਿੰਘ ਮੁਲਤਾਨੀ ਵੀਰ ਦੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿੰਨੇ ਜ਼ੁਲਮ ਕਰਕੇ ਉਹਦੇ ਮਤਲਬ ਕਿੱਲਾ ਠੋਕਿਆ, ਲੱਕੜ ਦਾ ਕਿੱਲਾ ਠੋਕ ਕੇ ਸ਼ਹੀਦ ਕੀਤਾ ਜ਼ਾਲਮ ਪੁਲਿਸ ਅਫਸਰ ਨੇ। ਅਤੇ ਉਸ ਜ਼ਾਲਮ ਪੁਲਿਸ ਅਫਸਰ ਨੂੰ ਬਾਦਲ ਕੇ ਤੇ ਸ਼੍ਰੋਮਣੀ ਕਮੇਟੀ ਸਹਿ ਦੇਵੇ, ਇਹ ਪੰਥ ਤੋਂ ਬਰਦਾਸ਼ਤ ਨਹੀਂ ਹੋਇਆ। ਅਸਲ 'ਚ ਜਿਹੜੇ ਹੱਥ ਜਿਹੜੇ ਜੁੜੇ ਨੇ ਨਾ, ਇਹ ਜਿਹੜੇ ਹੱਥ ਜੁੜੇ ਨੇ ਸੁਖਦੇਵ ਸਿੰਘ ਕਲੇਰ ਦੇ ਨਹੀਂ ਜੁੜੇ, ਇਹ ਅਸਲ 'ਚ ਬਾਦਲਕਿਆਂ ਦੇ ਹੱਥ ਜੁੜੇ ਨੇ। ਪੰਥ ਜਾਗ ਚੁੱਕਿਆ, ਨੌਜਵਾਨ ਸਮਝ ਚੁੱਕੇ ਨੇ ਕਿ ਬਾਦਲਕਿਆਂ ਦੀਆਂ ਕਾਲੀਆਂ ਕਰਤੂਤਾਂ ਨੂੰ, ਇਹਨਾਂ ਦੇ ਹੱਥ ਜੁੜੇ ਨੇ। ਅਸਲ 'ਚ ਸ਼੍ਰੋਮਣੀ ਕਮੇਟੀ ਦੇ ਹੱਥ ਜੁੜੇ ਨੇ। ਇਹਨਾਂ ਨੇ ਜਿਹੜੇ ਗਲਤ ਫੈਸਲੇ ਲਏ, ਅੱਜ ਇਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਮੁੱਚੇ ਪੰਥ ਦੇ ਰੋਹ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ ਜੀ। ਸਰਦਾਰ ਸਤਵੀਰ ਸਿੰਘ ਭਿੰਡਰ ਜੀ, ਮੈਂ ਤੁਹਾਡੇ ਕੋਲ ਆਉਣਾ। ਬਹੁਤ ਸਾਰੇ ਸਮੇਂ ਦੇ ਵਿੱਚ ਜਦੋਂ ਦਾ ਇਹ ਕਾਲਾ ਦੌਰ ਪੰਜਾਬ ਦੇ ਵਿੱਚ ਨਿਕਲਿਆ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਸਮੇਂ-ਸਮੇਂ ਤੇ ਇਹ ਗੱਲ ਕੀਤੀ ਹੈ ਕਿ ਅਸੀਂ ਜੋ ਤਸ਼ੱਦਦ ਕੀਤਾ ਗਿਆ, ਜੋ ਜ਼ੁਲਮ ਕੀਤੇ ਗਏ ਨੇ ਉਹਨਾਂ ਦੇ ਉੱਤੇ ਜਾਂਚ ਕਰਾਂਗੇ, ਅਸੀਂ ਕਮਿਸ਼ਨ ਬਿਠਾਵਾਂਗੇ। ਪਰ ਹੌਲੀ-ਹੌਲੀ ਜਿਹੜੇ ਕੇਸ ਨੇ ਉਹ ਬਾਹਰ ਆ ਰਹੇ ਨੇ। 2015 ਦੇ ਵਿੱਚ ਇੱਕ ਕੈਟ ਜਿਹੜਾ ਹੈਗਾ ਉਹ ਮੀਡੀਆ ਦੇ ਵਿੱਚ ਆ ਕੇ ਬੋਲਦਾ ਹੈ, ਉਸ ਤੋਂ ਬਾਅਦ ਇਸ ਪਰਿਵਾਰ ਨੂੰ ਹੌਸਲਾ ਮਿਲਦਾ ਹੈ। ਜਦੋਂ DGP ਉਹ ਰਿਟਾਇਰ ਹੋ ਜਾਂਦੇ ਨੇ ਸੈਣੀ, ਉਸ ਤੋਂ ਬਾਅਦ ਉਹਨਾਂ ਨੂੰ ਹੌਸਲਾ ਮਿਲਦਾ, ਉਹ ਕੇਸ ਦੇ ਵਿੱਚ ਆਉਣਗੇ। ਕਿੱਥੇ ਗਏ ਉਹ ਕਮਿਸ਼ਨ, ਕਿੱਥੇ ਗਈਆਂ ਉਹ ਗੱਲਾਂ? ਬਿਆਲਾ ਸਾਹਿਬ, ਗੱਲ ਇਸ ਤਰ੍ਹਾਂ ਕਿ ਜੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਝਾਤੀ ਮਾਰੋ ਤਾਂ ਇੱਕ ਡੀਪ ਸਟੇਟ ਨਾਂ ਦੀਆਂ ਏਜੰਸੀਆਂ ਕੰਮ ਕਰਦੀਆਂ ਨੇ, ਉਹ ਹਰ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਇਨਵੋਲਵ ਨੇ। ਪਰ ਦੁਖਾਂਤ ਇਸ ਗੱਲ ਦਾ ਕਿ ਜਿਹੜੇ ਪੰਥਕ ਆਗੂ ਸੀ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਜ਼ਿਆਦਾ ਖੇਡਿਆ ਡੀਪ ਸਟੇਟ ਤੇ ਉਹ ਡੀਪ ਸਟੇਟ ਨੇ ਸਾਰਾ ਕੰਮ ਕੀਤਾ ਤੇ ਇਹਨਾਂ ਦੀ ਪੁਸ਼ਤ ਪਨਾਹੀ ਸਾਡੇ ਪੰਥਕ ਆਗੂ ਹੀ ਕਰਦੇ ਰਹੇ ਆ। ਤੇ ਇਸ ਕਰਕੇ ਫਿਰ ਉਹਨਾਂ ਦੇ ਅੱਗੇ ਕੋਈ ਬੋਲਦਾ ਨਹੀਂ। ਚਾਹੇ ਤੁਸੀਂ 78 ਤੋਂ ਲੈ ਕੇ ਨਿਗਾਹ ਮਾਰ ਲਓ ਤੇ ਉਦੋਂ ਤੋਂ ਹੀ ਇਹ ਗੱਲ ਚੱਲੀ ਆਉਂਦੀ ਹੈ। ਜਦੋਂ ਵੀ ਬਾਦਲ ਸਾਹਿਬ ਮੁੱਖ ਬਣਿਆ ਪੰਜਾਬ ਦੇ ਵਿੱਚ ਗੱਲ ਹੋਈ ਉਹਨਾਂ ਨੇ ਕਮਿਸ਼ਨ ਬਿਠਾਇਆ ਤਾਂ ਉਹਦੀ ਕਦੇ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਬਿਲਕੁਲ। ਤੇ ਜਿਸ ਤਰੀਕੇ ਨਾਲ ਹੁਣ ਇਹ ਕੇਸ ਸਾਹਮਣੇ ਆਇਆ ਹੈ, ਇਸ ਨੂੰ ਰਾਜਨੀਤਿਕ ਰੰਗਤ ਜਿਹੜੀ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਭੁਪਿੰਦਰ ਸਿੰਘ ਖਾਲਸਾ ਜੀ ਤੁਹਾਨੂੰ ਪੁੱਛਦਾ, ਜਿਹੜਾ ਹੁਣ ਇਹਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੁਮੇਧ ਸੈਣੀ ਇਹ ਕਹਿ ਰਹੇ ਨੇ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਦੂਸਰੇ ਲੋਕਾਂ ਨਾਲ ਮਿਲ ਗਏ ਨੇ, ਉਹ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਗਏ ਨੇ, ਇਸ ਕਰਕੇ ਸਭ ਕੁਝ ਜਿਹੜਾ ਉਹ ਕੀਤਾ ਜਾ ਰਿਹਾ। ਇਹਦੇ ਉੱਤੇ ਕੀ ਕਹੋਗੇ ਤੁਸੀਂ? ਦੇਖੋ ਬਿਆਲਾ ਜੀ, ਪਹਿਲਾਂ ਤਾਂ ਮੈਂ ਸਮੂਹ ਸੰਗਤ ਨੂੰ ਫਤਿਹ ਦੱਸਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਫਤਿਹ ਜੀ। ਬਿਆਲਾ ਜੀ, ਇਹ ਜਿਹੜਾ ਕੇਸ ਆ 1991 ਤੋਂ, ਜਿਹੜਾ ਇੱਕ ਬਾਪ IAS ਅਫਸਰ ਜਿਹਦਾ ਬੇਟਾ ਲਾਪਤਾ ਹੋ ਗਿਆ, ਅੱਜ ਵੀ ਉਹ ਕਾਗਜ਼ਾਂ ਦੇ ਵਿੱਚ ਲਾਪਤਾ ਹੀ ਆ ਔਰ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਜੀ। ਪਰ ਕੋਈ ਉਹਦਾ ਥੋ ਪਤਾ ਨਹੀਂ ਅੱਜ ਤੱਕ ਲੱਗਿਆ। ਉਹ ਇੱਕ IAS ਅਫਸਰ ਆ ਔਰ ਤੁਸੀਂ ਇੱਕ ਇਥੋਂ ਹਿਸਾਬ ਆਪਾਂ ਬਾਅਦ ਚ ਲਾਉਣੇ ਆ ਕਿ ਆਮ ਲੋਕਾਂ ਦਾ ਕੀ ਹਾਲ ਹੋਇਆ ਹੋਊਗਾ। ਉਹ ਜੀ ਆਪਣੀ ਜਦੋਜਹਿਦ ਕਰਦਾ ਹੋਇਆ ਇੱਥੋਂ ਤੱਕ ਪਹੁੰਚ ਜਾਂਦਾ ਕਿ ਹਾਈ ਕੋਰਟ ਦੇ ਵਿੱਚੋਂ ਉਹਨੂੰ ਡਾਇਰੈਕਸ਼ਨ ਮਿਲਦੀ ਆ ਕੇਸ ਜਿਹੜਾ CBI ਨੂੰ ਜਾਂਦਾ ਔਰ CBI ਜਿਹੜੀ ਆ ਉਹ ਕੇਸ ਨੂੰ ਵੇਖਣਾ ਸ਼ੁਰੂ ਕਰਦੀ ਆ। ਔਰ ਮੈਨੂੰ ਬੜੀ ਹੈਰਾਨੀ ਹੋਈ ਆ ਪ੍ਰੈਸ ਨੋਟ ਪੜ੍ਹ ਕੇ ਅੱਜ ਅਜੀਤ ਦੇ ਵਿੱਚ ਕਿ ਸਾਡੇ ਮਰਹੂਮ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਟਾਈਮ ਤੇ DGP ਦੇ ਵੱਲੋਂ, ਸਾਬਕਾ ਕੋਈ DGP ਆ ਉਹਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਜਾਂਦਾ ਔਰ ਉਹ ਜੀ CBI ਦੀ ਜਿਹੜੀ ਇਨਕੁਆਇਰੀ ਆ ਉਹਨੂੰ ਰਫਾ ਦਫਾ ਕਰਾ ਦਿੱਤਾ ਜਾਂਦਾ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਆ। ਬਿਲਕੁਲ। ਪਹਿਲੀ ਤੇ ਪਰਤ ਉਦੋਂ ਹੀ ਖੁੱਲੀ ਜਦੋਂ ਇਹ ਗੱਲ ਸਾਹਮਣੇ ਆਈ ਆ। ਇਹ ਜਿਹੜੀਆਂ ਜਿੱਦੋਂ ਕਹਿੰਦੇ ਆ ਨਾ ਬਿੱਲੀ ਥੈਲੇ ਤੋਂ ਬਾਹਰ ਆ ਗਈ ਆ, ਇਹ ਪਰਤਾਂ ਹੌਲੀ ਹੌਲੀ ਖੁੱਲਣੀਆਂ ਸ਼ੁਰੂ ਹੋਈਆਂ ਨੇ। ਅਸੀਂ ਵੀ, ਮੇਰੇ ਵਰਗੇ ਕਈ ਲੋਕ ਦੋਸ਼ੀ ਆ ਅਸੀਂ ਵੀ ਇਸ ਗੱਲ ਦੇ, ਤੇ ਅਸੀਂ ਅਜਿਹੀ ਲੀਡਰਸ਼ਿਪ ਦੇ ਥੱਲੇ, ਅਜਿਹੇ ਪੰਥਕ ਮਖੌਟਿਆਂ ਵਾਲੇ ਬੰਦਿਆਂ ਦੇ ਥੱਲੇ ਕੰਮ ਕਰਦੇ ਰਹੇ ਆ। ਪਰ ਜੀ ਚਲੋ ਇਹ ਰਾਏ ਦਰੁਸਤ ਆਏ, ਕਦੀ ਬੰਦੇ ਨੂੰ ਹੋਸ਼ ਆ ਹੀ ਜਾਂਦੀ ਆ। ਔਰ ਅਸੀਂ ਪਬਲਿਕਲੀ, ਮੇਰੇ ਲੀਡਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ 23 ਫਰਵਰੀ ਨੂੰ ਪਬਲਿਕਲੀ ਇਹ ਜੋ ਪਿਛਲੀਆਂ ਗਲਤੀਆਂ ਹੋਈਆਂ ਨੇ ਸਾਡੀ ਸਰਕਾਰ ਦੇ ਟਾਈਮ ਤੇ, ਜਾਂ ਬਾਈਬਲ ਕਲਾ ਗੋਲੀकांड ਹੋਇਆ ਜਾਂ ਕੋਈ ਵੀ ਹੋਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਾਂ ਅਜਿਹੀਆਂ ਜਿਹੜੀਆਂ ਵੀ ਵਾਰਦਾਤਾਂ ਹੋਈਆਂ ਨੇ, ਉਹਨਾਂ ਦੀ ਪਬਲਿਕਲੀ 25-30 ਹਜ਼ਾਰ ਬੰਦੇ ਦੇ ਇਕੱਠ ਦੇ ਵਿੱਚ 23 ਫਰਵਰੀ ਨੂੰ ਜਨਤਕ ਤੌਰ ਤੇ ਮੁਆਫੀ ਮੰਗੀ ਔਰ ਅਸੀਂ ਉਹਨਾਂ ਦੇ ਨਾਲ ਗੱਲ ਹੈ ਨਾ ਕਿ ਇੰਨਾ ਸਮਾਂ ਆਪਣੇ ਆਪ 'ਚ ਚੁੱਪ ਰਹਿ ਕੇ, ਚੁੱਪੀ ਸਾਧ ਕੇ, ਅਖੀਰ ਦੇ ਵਿੱਚ ਜਦੋਂ ਸਾਰਾ ਸਿਰ ਦੇ ਉੱਤੋਂ ਪਾਣੀ ਨਿਕਲ ਗਿਆ, ਉਦੋਂ ਆ ਕੇ ਆਪਾਂ ਬੋਲੇ ਤਾਂ ਕੀ ਬੋਲੇ? ਇਹ ਵੀ ਤੇ ਆਪਣੇ ਆਪ 'ਚ ਸਮਝਣਾ ਪੈਣਾ ਨਾ। ਆਪਾਂ ਗਲਤੀ ਵਾਲੀ ਮਾਫੀ ਮੰਗੀਏ, ਜਿਹਦੇ ਕਰਕੇ ਉਹਦੇ ਲਈ ਮਾਫੀ ਮੰਗਾਂ। ਮੈਂ ਤੁਹਾਡੀ ਇਸ ਗੱਲ ਦਾ ਵੀ ਜਵਾਬ ਦਿੰਦਾ। 1997 ਦੇ ਵਿੱਚ ਸਾਡੀ ਸਰਕਾਰ ਬਣੀ ਪਹਿਲੀ, ਸ਼੍ਰੋਮਣੀ ਅਕਾਲੀ ਦਲ ਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ, ਸਰਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ। ਪਾਵਰ ਜਿਹੜੀ ਆ ਜੀ ਉਹ ਸੈਂਟਰਲਾਈਜ਼ ਹੋਈ ਬਾਦਲ ਸਾਹਿਬ ਦੇ ਕੋਲ। ਔਰ ਤੁਸੀਂ ਵੇਖਿਆ ਕਿ ਇੱਕ ਛੋਟੀ ਜਿਹੀ ਗੱਲ ਕੀਤੀ ਜਦੋਂ ਟੌਹੜਾ ਸਾਹਿਬ ਨੇ, ਤਾਂ ਉਹਨਾਂ ਦਾ ਕੀ ਅਸਰ ਹੋਇਆ ਔਰ ਉਹਨਾਂ ਨਾਲ ਕੀ ਬੀਤੀ। ਇਹ ਗਲਤੀ ਹੈ ਸਾਡੇ ਬਾਕੀ ਲੀਡਰਾਂ ਦੀ ਕਿ ਉਹਨਾਂ ਦਾ ਸਾਥ ਘੱਟ ਦਿੱਤਾ ਗਿਆ, ਸਾਡੀ ਵੀ ਵੇਤੀ ਉਹ ਗਲਤੀ ਆ। ਮੈਂ ਕਹਿੰਦਾ ਕਿ ਚਲੋ ਹੌਲੀ ਹੌਲੀ ਸੁਰਤ ਆਈ, ਸਾਰਿਆਂ ਨੂੰ ਹੋਸ਼ ਆਈ, ਸਾਰਿਆਂ ਦਾ ਇਧਰ ਨੂੰ ਮਨ ਚੱਲਿਆ, ਗੁਰੂ ਮਹਾਰਾਜ ਦੀ ਕਿਰਪਾ ਹੋਈ। ਜਿਹੜੀ ਹੈ ਖਾਲਸਾ ਜੀ ਹੋਸ਼ ਆ ਰਹੀ ਹੈ ਨਾ, ਸਭ ਤੋਂ ਵੱਡੀ ਬਿਮਾਰੀ ਦੀ ਜੜ ਇਹ ਹੈਗੀ ਹੈ, ਜਿਹੜੀ ਹੋਸ਼ ਆ ਰਹੀ ਹੈ ਬਹੁਤ ਲੇਟ ਆ ਰਹੀ ਹੈ, ਜਿਹਦੇ ਕਰਕੇ ਇਹ ਅਲਟੀਮੇਟਲੀ ਪੰਜਾਬ ਦਾ ਜਿਹੜਾ ਆਪਾਂ ਨੁਕਸਾਨ ਕਰਾ ਰਹੇ ਆ, ਇਹ ਸਾਰਾ ਇਸੇ ਕਰਕੇ ਕਿ ਸਾਨੂੰ ਹੋਸ਼ ਜਿਹੜੀ ਹੈ ਉਹ ਬੜੀ ਲੇਟ ਆਉਂਦੀ ਹੈ। ਪਤਾ ਨਹੀਂ ਇਹ ਬਿਮਾਰੀ ਜਿਹੜੀ ਹੈ ਕਦੋਂ ਜਾਊਗੀ, ਜਿਹੜੀ ਹੋਸ਼ ਨਹੀਂ ਆਉਂਦੀ। ਖਾਲਸਾ ਜੀ ਇੱਕ ਮਿੰਟ ਆਪਾਂ ਸਾਰਿਆਂ ਦਾ ਜਿਹੜਾ ਵਿੱਚ ਵਿਊ ਪੁਆਇੰਟ ਜਿਹੜਾ ਉਹ ਲੈਣਾ ਹੈ। ਹੁੰਦਲ ਸਾਹਿਬ, ਮੈਂ ਤੁਹਾਡੇ ਕੋਲ ਆਉਣਾ, ਆਪਾਂ ਇੱਕ ਜ਼ਰੂਰ ਇੱਥੇ ਬਤੌਰ ਪੱਤਰਕਾਰ ਮੈਂ ਤੁਹਾਡੇ ਇੱਕ ਸਵਾਲ ਕਰਦਾ ਕਿ ਜਿਹੜੇ ਵੀ ਪੁਲਿਸ ਅਫਸਰ ਹੁਣ ਤੱਕ ਜਿਹੜੇ ਨੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਹੱਥ ਠੋਕੇ ਬਣੇ ਨੇ, ਜਿਨ੍ਹਾਂ ਨੇ ਵੀ ਅੱਤ ਮਚਾਈ ਸੀ, ਸਮੇਂ-ਸਮੇਂ ਦੇ ਉੱਤੇ ਉਹਨਾਂ ਦੇ ਉੱਤੇ ਆ ਕੇ ਗਾਜ ਜਿਹੜੀ ਉਹ ਗਿਰਦੀ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਅਫਸਰਸ਼ਾਹੀ ਹੈ ਇਹਨੂੰ ਵੀ ਸਿੱਖ ਲੈਣਾ ਚਾਹੀਦਾ ਕਿ ਭਾਵੇਂ ਅਸੀਂ ਰਾਜਨੀਤਿਕ ਲੋਕਾਂ ਦੇ ਹੱਥੇ ਚੜ੍ਹ ਕੇ ਜਾਂ ਆਪਣੀਆਂ ਪਾਵਰਾਂ ਨੂੰ ਮਿਸਯੂਜ਼ ਕਰਕੇ ਬਹੁਤ ਸਾਰੇ ਘਰ ਉਜਾੜੇ ਨੇ, ਪਰ ਹੁਣ ਇਸ ਨੂੰ ਰੋਕ ਦੇਣਾ ਚਾਹੀਦਾ ਹੈ। ਅੱਜ ਵੀ ਵੇਖੋ
ਕਿੰਨਾ ਕੁ ਡਰ ਜਿਹੜਾ ਕਿੰਨੇ ਕੁ ਇਹ ਲੋਕ ਜਿਹੜੇ ਨੇ ਬੇਖੌਫ ਹੋਏ ਨੇ। ਅੱਜ ਵੀ ਜਿਹੜਾ ASI ਪਰਮਜੀਤ ਸਿੰਘ ਹੈਗਾ ਇਹਨੇ ਇੱਕ ਹੋਰ ਮੁੰਡੇ ਨੂੰ ਜਿਹੜਾ ਇੰਟਰਨੈਸ਼ਨਲ ਕਬੱਡੀ ਖਿਲਾੜੀ ਸੀ ਰਵਿੰਦਰਜੀਤ ਸਿੰਘ ਉਹਨੂੰ ਜਿਹੜੀਆਂ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਕਿ ਅਫਸਰਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਨਹੀਂ ਹੋਣਾ ਚਾਹੀਦਾ ਅੱਜ ਦੀ ਤਰੀਕ ਦੇ ਵਿੱਚ? ਬਿਲਕੁਲ ਡਰ ਹੋਣਾ ਚਾਹੀਦਾ ਜੀ, ਮੈਂ ਤਾਂ ਸਮਝਦਾ। ਲੇਕਿਨ ਮੈਂ ਇੱਕ ਹੋਰ ਨਾਲੀ ਗੱਲ ਐਡ ਕਰ ਦਵਾਂ। ਸੁਮੇਧ ਸੈਣੀ ਤੋਂ ਬਾਅਦ ਜ਼ਾਲਮਾਨਾ ਅਫਸਰਾਂ ਦੇ ਵਿੱਚ ਦੂਜਾ ਨਾਂ ਆਉਂਦਾ ਆ ਤਾਂ ਉਹ ਹੈਗੇ ਮਿਸਟਰ ਇਜ਼ਹਾਰ ਆਲਮ, ਜਿਹੜੇ ਪੰਜਾਬ ਦੇ DGP ਰਹੇ ਆ। ਸਰਦਾਰ ਸੁਖਦੇਵ ਸਿੰਘ ਢੀਂਡਸਾ ਤਾਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਪੋਲਿਟਿਕਸ ਵਿੱਚ ਲਿਆ ਕੇ ਉਹਨਾਂ ਦੀ ਵਾਈਫ ਨੂੰ ਮਲੇਰਕੋਟਲੇ ਤੋਂ MLA ਬਣਾ ਕੇ ਪਾਰਲੀਮੈਂਟਰੀ ਸੈਕਟਰੀ ਬਣਾਉਣ ਦੇ ਸਭ ਤੋਂ ਵੱਡੇ ਦੋਸ਼ੀ ਆ। ਖਾਲਸਾ ਜੀ ਢੀਂਡਸਾ ਜੀ ਦੀ ਗੱਲ ਕਰਦੇ ਆ। ਢੀਂਡਸਾ ਜੀ ਤਾਂ ਬਾਦਲ ਸਾਹਿਬ ਤੋਂ ਵੀ ਮੈਂ ਸਮਝਦਾ ਕਿ ਵੱਡੇ ਦੋਸ਼ੀ ਆ। ਅਜੇ ਜਦੋਂ ਇਜ਼ਹਾਰ ਆਲਮ ਦੀ ਗੱਲ ਆਊਗੀ ਨਾ, ਆਲਮ ਸੈਨਾ ਦੀ, ਕਿ ਇਜ਼ਹਾਰ ਆਲਮ ਨੇ ਕਿੰਨੇ ਨੌਜਵਾਨਾਂ ਨੂੰ ਮਾਰਿਆ, ਤੇ ਮੈਂ ਸਮਝਦਾ ਕਿ ਸੁਮੇਧ ਸੈਣੀ ਦੇ ਬਰਾਬਰ ਦੂਜਾ ਨਾਂ ਇਜ਼ਹਾਰ ਆਲਮ ਦਾ ਆਉਣ ਵਾਲਾ ਆ ਜਦੋਂ ਉਹਦੇ ਖਿਲਾਫ ਵੀ ਕਿਸੇ ਨੇ ਕੋਈ ਜ਼ੁਰਤ ਵਾਲੀ ਗੱਲ ਚੁੱਕੀ। ਸੋ ਮੈਂ ਬੇਨਤੀ ਇਹ ਕਰਾਂ ਕਿ ਜਿੰਨੇ ਵੀ ਪੋਲੀਟੀਕਲ ਲੀਡਰ ਆ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਰਹੇ ਆ, ਚਾਹੇ ਸਰਦਾਰ ਬੇਅੰਤ ਸਿੰਘ ਰਹੇ ਆ, ਜਾਂ ਕੈਪਟਨ ਅਮਰਿੰਦਰ ਸਿੰਘ ਆ, ਜਾਂ ਕੋਈ ਹੋਰ ਆ, ਇਹਨਾਂ ਸਾਰਿਆਂ ਨੇ ਇਹਨਾਂ ਜ਼ਾਲਮ ਅਫਸਰਾਂ ਨੂੰ ਆਪਣੇ ਖੰਭਾਂ ਥੱਲੇ ਲੁਕੋ ਕੇ ਇਹਨਾਂ ਦੀ ਪੁਸ਼ਤ ਪਨਾਹੀ ਕੀਤੀ ਆ। ਲੇਕਿਨ ਜਿਹੜੀ ਜੁਡੀਸ਼ਰੀ ਆ ਉਹਦੇ ਵਿੱਚ ਕੋਈ ਨਾ ਕੋਈ ਜੱਜ ਜਿਹੜੇ ਆ ਉਹ ਐਸੇ ਚੰਗੇ ਹੁੰਦੇ ਆ ਜਿਹੜੇ ਜੱਜ ਇਨਸਾਫ ਦਿੰਦੇ ਆ, ਔਰ ਉਹ ਇਨਸਾਫ ਅੱਗੇ ਤੁਰਦਾ ਆ। ਜੇ ਅੱਜ CBI ਦੇ ਕੋਲੇ ਕੇਸ ਆਇਆ ਤੇ ਨਾਲੇ ਮੈਂ ਸਮਝਦਾ ਕਿ ਮੁਲਤਾਨੀ ਪਰਿਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਅਰਜੀ ਦਾਇਰ ਕਰ ਦੇਣੀ ਚਾਹੀਦੀ ਆ ਕਿ ਇਸ ਦੇ ਬਾਰੇ ਫਾਸਟ ਟਰੈਕ ਕੋਰਟ ਅਪਾਇੰਟ ਕੀਤੀ ਜਾਵੇ, ਜਿਹੜੀ ਆਉਣ ਵਾਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਸਾਰੇ ਕੇਸ ਦਾ ਫੈਸਲਾ ਕਰਕੇ ਸੁਮੇਧ ਸੈਣੀ ਨੂੰ ਫਾਂਸੀ ਦੇ ਤਖਤੇ ਦੇ ਉੱਤੇ ਟੰਗੇ। ਮੈਂ ਸਮਝਦਾ ਕਿ ਇਹ ਵੀ ਨਾਲ ਲੱਗਦੀ ਗੱਲ ਜਿਹੜੀ ਆ ਸ਼ੁਰੂ ਹੋਣੀ ਚਾਹੀਦੀ ਆ। ਔਰ ਇਹ ਮੰਗ ਵੀ ਸਮੁੱਚਾ ਭਾਈਚਾਰਾ, ਸਮੁੱਚਾ ਪੱਤਰਕਾਰ ਭਾਈਚਾਰਾ, ਸਾਰੀਆਂ ਹੀ ਪਾਰਟੀਆਂ ਦੇ ਜਿੰਨੇ ਸੁਹਿਰਦ ਲੀਡਰ ਆ, ਜਿੰਨੀਆਂ ਪੰਥਕ ਜਥੇਬੰਦੀਆਂ ਆ, ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਬੇਨਤੀ ਕਰਨੀ ਚਾਹੀਦੀ ਆ ਕਿ ਫਾਸਟ ਟਰੈਕ ਕੋਰਟ ਦੇ ਰਾਹੀਂ ਸੁਮੇਧ ਸੈਣੀ ਦਾ ਕੇਸ ਰੋਜ਼ ਸੁਣਿਆ ਜਾਣਾ ਚਾਹੀਦਾ, ਤਾਂ ਕਿ ਮਹੀਨੇ ਡੇਢ ਮਹੀਨੇ 2 ਮਹੀਨਿਆਂ ਦੇ ਇਸ ਦੇ ਕੇਸ ਦਾ ਫੈਸਲਾ ਹੋ ਜਾਵੇ ਤਾਂ ਇਸ ਨੂੰ ਫਾਂਸੀ ਦੇ ਤਖਤੇ ਦੇ ਉੱਤੇ ਟੰਗਿਆ ਜਾਵੇ। ਮੈਂ ਸਮਝਦਾ ਕਿ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਆ। ਕਹਿੰਦੇ ਨੇ ਕਿ ਇਹ ਸ਼ਾਇਦ ਪੋਸੀਬਲ ਨਾ ਹੋਵੇ ਕਿਉਂਕਿ ਕਾਨੂੰਨੀ ਖੇਡਾਂ ਜਿਹੜੀਆਂ ਨੇ ਹਜੇ ਬਹੁਤ ਸਾਰੀਆਂ ਖੇਡੀਆਂ ਜਾਣਗੀਆਂ, ਉਹਦੇ ਵਿੱਚ ਰਾਜਨੀਤਿਕ ਰੰਗਤ ਵੀ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਬਹੁਤ ਸਾਰੇ ਜਿਹੜੇ ਸਿਆਣੇ ਲੋਕ ਨੇ ਉਹ ਇਹ ਗੱਲ ਆਖਦੇ ਹੁੰਦੇ ਨੇ ਕਿ ਦੇਰ ਦੇ ਨਾਲ ਮਿਲਿਆ ਇਨਸਾਫ ਜਿਹੜਾ ਹੈ ਉਹ ਇਨਸਾਫ ਨਹੀਂ ਹੁੰਦਾ। 29 ਵਰਿਆਂ ਦੇ ਬਾਅਦ ਦੁਬਾਰਾ FIR ਜਿਹੜੀ ਹੋਣੀ ਅਤੇ ਉਸ ਤੋਂ ਬਾਅਦ ਕਾਰਵਾਈਆਂ ਦੀ ਗੱਲ ਹੋਣੀ, ਇਹ ਆਪਣੇ ਆਪ 'ਚ ਬੜਾ ਹਾਸੋਹੀਣਾ ਲੱਗਦਾ ਹੈ। ਪਰ ਜਿਸ ਤਰੀਕੇ ਨਾਲ ਹੁਣ ਤੁਸੀਂ ਮੰਗ ਕਰ ਰਹੇ ਹੋ ਕਿ ਇਹਨੂੰ ਫਾਸਟ ਟਰੈਕ ਕੀਤਾ ਜਾਵੇ, ਉਮੀਦ ਹੈ ਜੇ ਇਸ ਤਰੀਕੇ ਨਾਲ ਸੋਚਿਆ ਜਾਵੇ ਤਾਂ ਜ਼ਰੂਰ ਜਿਹੜੇ ਪਰਿਵਾਰ ਦੇ ਕੁਝ ਲੋਕ ਬਚੇ ਨੇ ਮੁਲਤਾਨੀ ਪਰਿਵਾਰ ਦੇ, ਉਹਨਾਂ ਨੂੰ ਜ਼ਰੂਰ ਇਹ ਆਸਰਾ ਹੋਵੇਗਾ। ਤੇ ਦੂਸਰੇ ਲੋਕ ਵੀ ਜਿਹੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਕਿ ਜੇ ਇਸ ਕੇਸ ਦੇ ਵਿੱਚ ਇੱਕ ਚੰਗਾ ਫੈਸਲਾ ਹੁੰਦਾ ਹੈ ਤਾਂ ਦੂਸਰੇ ਦੋਸ਼ੀ ਵੀ ਜਿਹੜੇ ਨੇ ਉਹ ਕਟਹਿਰੇ ਦੇ ਵਿੱਚ ਖੜੇ ਹੋਣਗੇ। ਗੁਲਜ਼ਾਰ ਸਿੰਘ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਜਿਹੜਾ ਮੇਰਾ ਸਵਾਲ ਹੈਗਾ ਕਿ ਆਪਾਂ ਦੁਨੀਆ ਭਰ ਦੇ ਜਿਹੜੇ ਦੇਸ਼ਾਂ ਦੇ ਵਿੱਚ ਪੁਲਿਸਿੰਗ ਸਿਸਟਮ ਨੂੰ ਵੇਖਿਆ ਹੋਇਆ, ਉੱਥੇ ਜਿਹੜਾ ਰਾਜਨੀਤੀਕਰਨ ਹੁੰਦਾ ਪੁਲਿਸ ਦਾ ਉਹ ਨਹੀਂ ਹੈਗਾ। ਵੱਖ-ਵੱਖ ਦੇਸ਼ਾਂ ਦੇ ਵਿੱਚ ਪੰਜਾਬ ਅਤੇ ਭਾਰਤ ਦੇ ਵਿੱਚ ਹੀ ਜਿਹੜਾ ਪੁਲਿਸ ਲਗਾਤਾਰ ਰਾਜਨੀਤੀਕਰਨ ਹੈਗਾ, ਉਹਦੇ ਤੇ ਕਿਉਂ ਪ੍ਰਭਾਵ ਜਿਹੜਾ ਉਹਦਾ ਲਗਾਤਾਰ ਹੈਗਾ। ਜੇ ਇੱਕ SHO ਵੀ ਲੱਗਦਾ ਹੈ ਸ਼ਰੇਆਮ MLA ਜਿਹੜਾ ਉਹਨੂੰ ਫੋਨ ਕਰਕੇ ਧਮਕੀਆਂ ਦਿੰਦਾ, ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਤੂੰ ਕਿੱਦਾਂ ਇੱਥੇ ਰਹਿ ਜਾਏਗਾ। ਜੇ ਥਾਣਿਆਂ ਦੇ ਵਿੱਚ ਇਸ ਤਰੀਕੇ ਨਾਲ ਰਾਜਨੀਤੀ ਆਪਣਾ ਅਸਰ ਛੱਡੂਗੀ ਤੇ ਕਿੱਥੋਂ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ। ਤੇ ਜੇ ਇੱਕ ਥਾਣੇਦਾਰ ਸਤਿ ਸ੍ਰੀ ਅਕਾਲ ਬੁਲਾਵੇਗਾ ਤੇ ਉਹ ਆਮ ਲੋਕਾਂ ਨੂੰ ਕਿੱਥੇ ਇਨਸਾਫ ਕਰੇਗਾ। ਉਹ ਤਾਂ ਫਿਰ ਇੱਕ MLA ਦਾ ਹੱਥ ਠੋਕਾ ਬਣ ਕੇ ਜੋ ਵੀ MLA ਕਹੇਗਾ ਉਹ ਹੀ ਕਰੇਗਾ। ਬਿਆਲਾ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕੀਤੀ ਆ ਸਰਦਾਰ ਹਰਮਿੰਦਰ ਸਿੰਘ ਗਿੱਲ ਦੀ ਆ, ਇੱਕ ਇਕੱਲੀ ਸਤਿ ਸ੍ਰੀ ਅਕਾਲ ਦਾ ਮਸਲਾ ਨਹੀਂ। ਇੱਥੇ ਜਿਹੜੇ MLA ਨੇ ਉਹ ਆਪ ਥਾਣੇਦਾਰ ਲਵਾਉਂਦੇ ਨੇ ਆਪਣੇ ਹਲਕਿਆਂ ਦੇ, ਆਪ ਜਿਹੜੇ ਚੌਂਕੀ ਇੰਚਾਰਜ ਲਵਾਉਂਦੇ ਨੇ ਤੇ ਉਹ ਉਹਨਾਂ ਨੂੰ ਮੰਥਲੀਆਂ ਦਿੰਦੇ ਨੇ। ਇਹ ਜਿਹੜਾ ਪੁਲਿਸ ਤੰਤਰ ਹੈ ਇਹ ਇੱਕ ਲੋਕਾਂ ਨੂੰ ਇਨਸਾਫ ਦੇਣ ਵਾਲਾ ਜਿਹੜਾ
ਪ੍ਰਸ਼ਾਸਨ ਹੁੰਦਾ ਉਹ ਨਾ ਰਹਿ ਕੇ ਇੱਕ ਗੁੰਡਿਆਂ ਦਾ ਇੱਕ ਕਿਸਮ ਦਾ ਇਹਨਾਂ ਨੇ ਰੂਪ ਧਾਰਨ ਕਰ ਲਿਆ। ਲੋਕਾਂ ਨੂੰ ਬੜੀ ਬੁਰੀ ਤਰ੍ਹਾਂ ਜਿਹੜੀ ਪੰਜਾਬ ਪੁਲਿਸ ਹੈ ਉਹ ਲੁੱਟ ਰਹੀ ਹੈ, ਤੇ ਉਹ ਲੁੱਟ ਦਾ ਹਿੱਸਾ ਐਮਐਲਏ ਮੰਤਰੀ ਤੋਂ ਉੱਤੇ ਤੱਕ, ਮੁੱਖ ਮੰਤਰੀ ਤੱਕ ਤੇ ਸੈਂਟਰ ਦੇ ਵਜ਼ੀਰਾਂ ਤੱਕ ਵੀ ਜਾਂਦਾ। ਇਹ ਬਹੁਤ ਹੀ ਅਫਸੋਸਨਾਕ ਗੱਲ ਹੈ, ਤੇ ਇਹ ਮੇਰਾ ਖਿਆਲ ਹੈ ਵੀ ਜਿਸ ਤਰੀਕੇ ਨਾਲ ਜੋ ਸਿਸਟਮ ਚੱਲਦਾ ਹੈ, ਛੇਤੀ ਭਵਿੱਖ 'ਚ ਇਹਦੇ ਤੇ ਜੇ ਨਾ ਕੰਟਰੋਲ ਕੀਤਾ ਗਿਆ ਤਾਂ ਇਹਦੇ ਨਤੀਜੇ ਬਹੁਤ ਖਤਰਨਾਕ ਨਿਕਲਣਗੇ। ਇਹ ਜਿਹੜੀ ਲੀਡਰਾਂ ਦੀ ਤੇ ਬਿਲਕੁਲ ਨਤੀਜੇ ਪੁਲਿਸ ਵਾਲਿਆਂ ਦੀ ਜਿਹੜੀ ਆਪਸੀ ਦੋਸਤੀ ਹੈ, ਇਹਦੀ ਦਲਾਲੀ, ਇਹ ਪੁਲਿਸ ਦਲਾਲਾਂ ਦਾ ਰੂਪ ਧਾਰਨ ਕਰ ਚੁੱਕੀ ਹੈ। ਤੁਸੀਂ ਆਮ ਦੇਖਦੇ ਹੋ ਫੈਸਲੇ ਹੁੰਦੇ ਨੇ ਤੇ ਪੁਲਿਸ ਪੈਸੇ ਲੈ ਕੇ ਲੈਣ ਦੇਣ ਕਰਵਾਉਂਦੀ ਹੈ, ਤੇ ਪੁਲਿਸ ਨਸ਼ੇ ਵਿਕਾਉਂਦੀ ਹੈ ਸ਼ਰੇਆਮ। ਤੁਹਾਨੂੰ ਪਤਾ ਸਾਰੇ ਪੰਜਾਬ 'ਚ ਜੇ ਹੁਣ ਲੋਕਡਾਊਨ ਵੀ ਰਹਿ ਗਿਆ, ਤੁਹਾਨੂੰ ਹੁਣ ਕਿਵੇਂ ਜਿੰਨੇ ਵੀ ਲੋਕਡਾਊਨ ਦੌਰਾਨ ਨਸ਼ਿਆਂ ਵਾਲੇ ਫੜੇ ਗਏ ਨੇ, ਉਹ ਕੌਣ ਫੜੇ ਗਏ ਨੇ? ਆ ਤੁਹਾਡੇ ਸਾਹਮਣੇ ਅੱਜ ਕਤਲ ਹੋਇਆ, ਉਹ ਜਿਹੜੇ ਏਐਸਆਈ ਦੇ ਨਾਲ ਬੈਠਾ ਸੀ ਬੰਦਾ, ਉਹ ਕੌਣ ਸੀ? ਏਐਸਆਈ ਉੱਥੇ ਕਾਲੇ ਸ਼ੀਸ਼ਿਆਂ ਵਾਲੀ ਗੱਡੀ 'ਚ ਕੀ ਕਰਨ ਗਿਆ ਸੀ? ਇਹ ਜਿੰਨਾ ਨਸ਼ਾ ਵਿਕ ਰਿਹਾ ਪੰਜਾਬ 'ਚ, ਚਾਹੇ ਹੋਣ ਵਾਲੀ ਸਰਕਾਰ ਹੈ ਚਾਹੇ ਪਿਛਲੀ ਸਰਕਾਰ ਹੈ, ਇਹ ਸਭ ਇਹ ਲੀਡਰ ਨਸ਼ੇ ਵਿਕਾਉਂਦੇ ਨੇ, ਲੀਡਰ ਗੈਰ ਕਾਨੂੰਨੀ ਕੰਮ ਕਰਵਾਉਂਦੇ ਨੇ, ਤੇ ਇਹ ਲੀਡਰਾਂ ਦੇ ਗੁੰਡੇ ਬਣ ਕੇ ਪੁਲਿਸ ਉਹਨਾਂ ਦੇ ਅੱਗੇ ਹੋ ਕੇ ਕੰਮ ਕਰਦੀ ਹੈ। ਠੀਕ ਹੈ ਜੀ। ਪਿੰਡਰ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਪਿੰਡਰ ਸਾਹਿਬ, ਮੈਨੂੰ ਜ਼ਰੂਰ ਇੱਕ ਚੀਜ਼ ਦਾ ਜਿਹੜਾ ਜਵਾਬ ਦੇਣਾ ਕਿ ਅਲਟੀਮੇਟਲੀ ਜਿਹੜੀ ਬਹੁਤ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਲੰਮੇ ਸਮੇਂ ਤੋਂ ਇਹ ਗੱਲ ਕਰ ਰਹੀਆਂ ਸਨ ਕਿ ਸਾਨੂੰ ਜਿਹੜਾ ਰਲ ਕੇ ਲੜਨ ਦੀ ਲੋੜ ਹੈ, ਇਹ ਜਦੋਂ ਦਾ ਹੁਣ ਸੁਮੇਧ ਸੈਣੀ ਦੇ ਉੱਤੇ FIR ਦਾ ਮਸਲਾ ਜਿਹੜਾ ਉਹ ਸਾਹਮਣੇ ਆਇਆ ਹੈ, ਸਾਰੇ ਜਾਣੇ ਜਿਹੜੇ ਨੇ ਇੱਕ ਆਵਾਜ਼ ਦੇ ਵਿੱਚ ਆਏ ਨੇ ਕਿ ਹੁਣ ਸਾਨੂੰ ਦੁਬਾਰਾ ਇਕਜੁੱਟ ਹੋਣ ਦੀ ਲੋੜ ਹੈ, ਸਾਨੂੰ ਰਲ ਕੇ ਕਾਰਵਾਈ ਕਰਨ ਦੀ ਲੋੜ ਹੈ, ਅਤੇ ਸਾਨੂੰ ਇਹ ਦਬਾਅ ਬਣਾਉਣ ਦੀ ਲੋੜ ਹੈ ਕਿ ਹੁਣ ਇਹਦੇ ਵਿੱਚ ਜ਼ਿਆਦਾ ਰਾਜਨੀਤੀਕਰਨ ਜਿਹੜਾ ਉਹ ਨਾ ਹੋਵੇ। ਤੁਸੀਂ ਕੀ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਹੋਣ, ਜਿਹੜੇ ਲੋਕ ਨੇ ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਇਨਸਾਫ ਨਹੀਂ ਮਿਲਿਆ, ਉਹ ਕਿਸ ਤਰੀਕੇ ਨਾਲ ਸਾਹਮਣੇ ਆਉਣ ਤੇ ਆਪਣੀ ਇਸ ਲੜਾਈ ਨੂੰ ਲੜਨ? ਦੇਖੋ ਬਿਆਲਾ ਜੀ, ਇਹ ਕੇਸ 29 ਸਾਲ ਬਾਅਦ ਸ਼ੁਰੂ, ਕਈ ਕੇਸ ਜਿਹੜੇ ਚੱਲ ਵੀ ਰਹੇ ਨੇ ਪਿਛਲੇ 20 ਸਾਲ ਤੋਂ, ਉਹਨਾਂ ਦੇ ਵਿੱਚ ਵੀ ਅਜੇ ਤੱਕ ਗਵਾਹੀਆਂ ਪੂਰੀਆਂ ਨਹੀਂ ਹੋਈਆਂ CBI ਕੋਰਟ ਦੇ ਵਿੱਚ। ਤੇ ਇਨਸਾਫ ਦੀ ਲੜਾਈ ਤਾਂ ਬਹੁਤ ਲੰਬੀ ਹੈ, ਕਿਉਂਕਿ ਜਦ ਤੱਕ ਜਿੰਨਾ ਕੇਸ ਲੰਬਾ ਚੱਲਦਾ ਹੈ, ਪੁਲਿਸ ਵਾਲੇ ਰਿਟਾਇਰਮੈਂਟ ਲੈ ਜਾਂਦੇ ਆ, ਕੁਝ ਗਵਾਹ ਮਰ ਜਾਂਦੇ ਆ, ਤੇ ਉਹ ਕੇਸਾਂ ਦੇ ਵਿੱਚ ਉਹਨਾਂ ਦੇ ਬਚਣ ਦੇ ਚਾਂਸ ਹੋ ਜਾਂਦੇ ਆ, ਉਹ ਕੇਸ ਨੂੰ ਲੰਬਾ ਖਿੱਚਦੇ ਆ। ਜਿਸ ਤਰ੍ਹਾਂ ਦਿੱਲੀ ਦੰਗਿਆਂ ਵਾਲੇ ਕੇ 34 ਸਾਲ ਤੋਂ ਚੱਲੇ ਆਉਂਦੇ ਆ, ਤੇ ਵੀ ਇਹਨਾਂ ਨੇ ਇਸ ਤਰੀਕੇ ਨਾਲ ਹੀ ਲੰਬਾ ਖਿੱਚਣਾ। ਤੇ ਇਹਨਾਂ ਦੇ ਲਈ ਜਿਸ ਤਰ੍ਹਾਂ ਪਹਿਲਾਂ ਇੱਕ ਵੀਰ ਕੋਈ ਬੋਲੇ ਨੇ ਇੱਥੋਂ ਆਪਣੇ ਬੈਠੇ ਪੈਨਲ ਤੇ ਕਿ ਫਾਸ ਬਣਨੀਆਂ ਚਾਹੀਦੀਆਂ ਨੇ, ਜੋ ਬਣ ਜਾਂਦੀਆਂ ਤਾਂ ਹੋ ਸਕਦਾ ਸੀ ਕਿ ਲੋਕਾਂ ਨੂੰ ਜਿਨ੍ਹਾਂ ਦੇ ਬੱਚੇ ਮਾਰੇ ਗਏ ਆ ਉਹਨਾਂ ਦੇ ਜਿਉਂਦੇ ਜੀ ਕੋਈ ਇਨਸਾਫ ਮਿਲ ਜਾਂਦਾ। ਪਰ ਜਿਹੜੀਆਂ ਮਨੁੱਖੀ ਅਧਿਕਾਰਾਂ ਦੀਆਂ ਸੰਸਥਾਵਾਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ ਸ਼ੁਰੂ ਤੋਂ, ਉਹਨਾਂ ਨੂੰ ਵੀ ਬਹੁਤ ਵੱਡਾ ਆਪਣਾ ਨੁਕਸਾਨ ਉਠਾਉਣਾ ਪਿਆ। ਜਸਵੰਤ ਖਾਲੜ ਦੀ ਐਗਜ਼ਾਮਪਲ ਸਾਹਮਣੇ ਹੈ, ਕੁਲਵੰਤ ਸਿੰਘ ਸੈਣੀ ਵਕੀਲ ਰੋਪੜ ਵਾਲਿਆਂ ਦੀ ਐਗਜ਼ਾਮਪਲ ਸਾਹਮਣੇ ਹੈ, ਉਹਨਾਂ ਦਾ ਨੁਕਸਾਨ ਕੀ ਹੋਇਆ, ਜਿਨ੍ਹਾਂ ਨੇ ਵੀ ਬਲਕਿ ਇਹਨਾਂ ਪੁਲਿਸ ਵਾਲਿਆਂ ਦੇ ਵਿਰੁੱਧ ਰੌਲਾ ਪਾਇਆ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਸੀ। ਬਿਲਕੁਲ। ਮੈਂ ਇੱਕ ਆਪਣੇ ਆਪ 'ਚ ਹੁੰਦਲ ਸਾਹਿਬ ਤੋਂ ਪਿੰਡਰ ਸਾਹਿਬ, ਸ਼ਾਇਦ ਤੁਹਾਡੀ ਆਵਾਜ਼ ਜਿਹੜੀ ਉਹ ਕੱਟ ਰਹੀ ਹੈ। ਸਰਦਾਰ ਹੁੰਦਲ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਜਿਸ ਤਰ੍ਹਾਂ ਸਰਦਾਰ ਦਵਿੰਦਰ ਸਿੰਘ ਭੁੱਲਰ ਹੋਣਾ ਦੀ ਹੁਣ ਪਰਿਵਾਰ ਦੀ ਗੱਲ ਆ ਰਹੀ ਹੈ ਕਿ ਉਹਨਾਂ ਇਸ ਕੇਸ ਦੇ ਵਿੱਚ ਉਸ ਕੇਸ ਦਾ ਵੀ ਜ਼ਿਕਰ ਹੋਇਆ ਸੀ ਜਦੋਂ 2015 ਦੇ ਵਿੱਚ ਪਿੰਕੀ ਕੈਟ ਨੇ ਜਿਹੜਾ ਬਹੁਤ ਸਾਰੇ ਇੰਸਕਾਫ ਕੀਤੇ ਸੀ, ਮੀਡੀਆ ਦੇ ਵਿੱਚ ਆ ਕੇ ਗੱਲਬਾਤ ਕੀਤੀ ਸੀ। ਤੁਹਾਨੂੰ ਕੀ ਲੱਗਦਾ ਕਿ ਇਹ ਹੁਣ ਗੱਲ ਜਿਹੜੀ ਅੱਗੇ ਵਧੇਗੀ ਜਾਂ ਉਹਦੇ ਵਿੱਚ ਤੇ ਮਿੱਟੀ ਆ ਕੇ ਇਸ ਕੇਸ ਨੂੰ ਅੱਗੇ ਤੋਰਿਆ ਜਾਵੇਗਾ? ਨਹੀਂ ਪਾਈ ਜਾਊਗੀ, ਬਲਕਿ ਕੇਸ ਨੂੰ ਅੱਗੇ ਤੋਰਿਆ ਜਾਊਗਾ। ਸੁਮੇਧ ਸੈਣੀ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਲਹਿਰ ਜਿਹੜੀ ਆ ਉਹ ਖੜੀ ਹੋ ਰਹੀ ਆ ਬਹੁਤ ਜਲਦੀ। ਸਮੁੱਚੀਆਂ ਸਿੱਖ ਜਥੇਬੰਦੀਆਂ, ਸਮੁੱਚੇ ਪੰਥ ਦਰਦੀ ਜਿਹੜੇ ਲੋਕ ਆ, ਉਹ ਸੁਮੇਧ ਸੈਣੀ ਦੇ ਖਿਲਾਫ ਇਸ ਤਰ੍ਹਾਂ ਇੱਕ ਮਾਹੌਲ ਸਿਰਜ ਰਹੇ ਆ ਕਿ ਸੁਮੇਧ ਸੈਣੀ ਨੂੰ ਬਹੁਤ ਜਲਦੀ ਇਸ ਕੇਸ ਦੇ ਵਿੱਚ ਮੈਂ ਸਮਝਦਾ ਕਿ ਸਜ਼ਾ ਹੋਏਗੀ, ਔਰ ਉਹ ਸਜ਼ਾ ਕਰਾਉਣ ਦੇ ਲਈ ਸਮੁੱਚੇ ਪੰਜਾਬ ਵਾਸੀ ਪੰਜਾਬ ਦੇ ਵਿੱਚ, ਚਾਹੇ ਉਹ ਵਸਦੇ ਆ ਤੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਵਸਦੇ ਆ, ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇਸ ਗੱਲ ਦੇ ਖਿਲਾਫ ਆਵਾਜ਼ ਚਲਾਉਣੀ ਚਾਹੀਦੀ ਆ। ਰਹੀ ਗੱਲ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ, ਦਵਿੰਦਰਪਾਲ ਸਿੰਘ ਭੁੱਲਰ ਦੇ ਸਕੇ ਛੋਟੇ ਭਾਈ ਸਾਹਿਬ ਇੱਥੇ ਲਾਈਵ ਓਕ ਕੈਲੀਫੋਰਨੀਆ ਦੇ ਵਿੱਚ ਯੂਬਾ ਸਿਟੀ ਦੇ ਨਾਲ ਦੇ ਸ਼ਹਿਰ 'ਚ ਰਹਿੰਦੇ ਆ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਪੰਮਾ ਸਾਹਿਬ ਦੇ ਉਹ ਜਵਾਈ ਆ, ਔਰ ਉਸ ਕੇਸ ਦੇ ਵਿੱਚ ਪੰਮਾ ਸਾਹਿਬ ਪਿਛਲੇ 30 ਸਾਲ ਤੋਂ ਲਗਾਤਾਰ ਜਦੋਂ ਜਹਿਦ ਕਰ ਰਹੇ ਸੀ
ਸਰਦਾਰ ਹਰਬੰਸ ਸਿੰਘ ਪੰਮਾ ਨੇ ਔਰ ਦਵਿੰਦਰਪਾਲ ਸਿੰਘ ਭੁੱਲਰ ਦੇ ਛੋਟੇ ਭਾਈ ਸਾਹਿਬ ਜਤਿੰਦਰਪਾਲ ਸਿੰਘ ਭੁੱਲਰ ਨੇ, ਉਹਨਾਂ ਦੀ ਮਾਤਾ ਬੀਬੀ ਅਪਕਾਰ ਕੌਰ ਭੁੱਲਰ ਨੇ ਇਸ ਤਰ੍ਹਾਂ ਲਾਈਵ ਤੋਂ ਬੈਠ ਕੇ ਉਹ ਲੜਾਈ ਲੜੀ ਔਰ ਉਹਨਾਂ ਨੇ ਉਸ ਲੜਾਈ ਦੇ ਵਿੱਚ ਮੈਂ ਸਮਝਦਾ ਕਿ ਹਰ ਤਾਈਂ ਪਹੁੰਚ ਕਰਕੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਜ ਉਹਨਾਂ ਦੀ ਕੋਠੀ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੈਰੋਲ ਤੇ ਜਾ ਕੇ ਆਰਾਮ ਕਰਨ ਦੇ ਲਈ ਬਿਠਾਇਆ ਹੋਇਆ। ਤਾਂ ਜੇ ਕੋਈ ਵੀ ਸੀਰੀਅਸ ਹੋ ਕੇ ਕੋਈ ਵੀ ਸੁਹਿਰਦਤਾ ਦੇ ਨਾਲ ਕਿਸੇ ਕੇਸ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਯਤਨ ਕਰਨਾ ਸ਼ੁਰੂ ਕਰ ਦੇਵੇ ਤਾਂ ਮੈਂ ਸਮਝਦਾ ਕਿ ਕਾਮਯਾਬੀ ਉਹਦੇ ਪੈਰ ਚੁੰਮਦੀ ਆ। ਸੁਮੇਧ ਸੈਣੀ ਵਰਗਾ ਜ਼ਾਲਮ ਅਫਸਰ ਤਾਂ ਪਹਿਲਾਂ ਹੀ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਬਹੁਤ ਗਿਰ ਚੁੱਕਾ ਹੋਇਆ ਅਫਸਰ ਆ। ਤਾਂ ਉਸ ਨੂੰ ਜਿੰਨੀ ਛੇਤੀ ਵੀ ਹੋਰ ਚੰਗੇ ਢੰਗ ਦੇ ਨਾਲ ਉਹਦੇ ਖਿਲਾਫ ਹੋਰ ਗੱਲਾਂ ਕਰਨ ਦੀ ਬਜਾਏ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਆ ਕਿ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਕਿਸੇ ਚੰਗੇ ਵਕੀਲ ਦੇ ਰਾਹੀਂ ਇਹ ਅਰਜ਼ੀ ਦਾਇਰ ਕਰਨੀ ਚਾਹੀਦੀ ਆ ਮੁਲਤਾਨੀ ਪਰਿਵਾਰ ਦੇ ਨਾਲ ਰਲ ਕੇ ਕਿ ਇਹ ਕੇਸ ਫਾਸਟ ਟਰੈਕ ਕੋਰਟ ਦੇ ਸਪੁਰਦ ਕੀਤਾ ਜਾਵੇ ਤਾਂ ਕਿ ਛੇਤੀ ਤੋਂ ਛੇਤੀ ਇਸ ਦਾ ਫੈਸਲਾ ਹੋਵੇ। ਇਸ ਦੇ ਲਈ ਸਾਨੂੰ ਯਤਨ ਕਰਨੇ ਚਾਹੀਦੇ ਆ। ਔਰ ਮਨੀਸ਼ ਬਿਆਲਾ ਜੀ, ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ ਤੁਸੀਂ ਇਸ ਗੱਲ ਨੂੰ ਜ਼ੋਰਦਾਰ ਬੁਲੰਦ ਆਵਾਜ਼ ਦੇ ਨਾਲ ਦੁਨੀਆ ਭਰ ਦੇ ਵਿੱਚ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਇੱਕ ਲਹਿਰ ਖੜੀ ਕਰੋ ਕਿ ਇਸ ਗੱਲ ਨੂੰ ਫਾਸਟ ਟਰੈਕ ਕੋਰਟ ਦੀ ਮੰਗ ਕਰੀਏ ਸਾਰੇ ਹੀ ਅਸੀਂ, ਤਾਂ ਕਿ ਇਸ ਜ਼ਾਲਮ ਨੂੰ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਸਜ਼ਾ ਦਿੱਤੀ ਜਾਵੇ। ਔਰ ਮੈਨੂੰ ਵਿਸ਼ਵਾਸ ਆ ਕਿ ਕਾਨੂੰਨ ਅੰਨਾ ਨਹੀਂ ਹੈਗਾ, ਇੱਥੇ ਇਨਸਾਫ ਵੀ ਹੋਇਆ ਵੱਡਿਆਂ ਵੱਡਿਆਂ ਕੇਸਾਂ ਦੇ ਵਿੱਚ। ਤੁਸੀਂ ਦੇਖਿਆ ਆਪਾਂ ਸਾਰਿਆਂ ਨੇ ਬਿਲਕੁਲ ਹੁੰਦਲ ਸਾਹਿਬ ਬਿਲਕੁਲ ਜਿਸ ਤਰੀਕੇ ਨਾਲ ਅੱਜ ਇਸ ਕੇਸ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਉਤੋਂ ਇਹ ਚੀਜ਼ ਦਾ ਆਪਾਂ ਅਹਿਸਾਸ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਉੱਤੇ ਦਬਾਅ ਜਿਹੜਾ ਜ਼ਰੂਰ ਰਹੇਗਾ, ਕਿਉਂਕਿ 24 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ ਵਕੀਲ ਦਾ ਇਸ ਕੇਸ ਦੇ ਸਾਹਮਣੇ ਹੱਥ ਜੋੜ ਕੇ ਚਲੇ ਜਾਣਾ ਉਹ ਆਪਣੇ ਆਪ 'ਚ ਜ਼ਾਹਿਰ ਕਰਦਾ ਹੈ ਕਿ ਲੋਕਾਂ ਦਾ ਦਬਾਅ ਕਿੰਨਾ ਜ਼ਿਆਦਾ ਹੈਗਾ। ਤੇ ਬੜੇ ਲੰਮੇ ਸਮੇਂ ਤੋਂ ਜਿਹੜਾ ਚਰਚਿਤ ਇਹ ਮਸਲਾ ਹੈਗਾ ਸੀ ਸੈਣੀ ਹੋਣਾ ਦਾ, ਜਿਸ ਤਰ੍ਹਾਂ ਉਹ ਲਗਾਤਾਰ ਜਿਹੜੇ ਨੇ ਚਰਚਾ ਦਾ ਵਿਸ਼ਾ ਰਹੇ ਨੇ। ਭਾਵੇਂ ਆਪਾਂ ਕਹੀਏ ਕਿ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਵਿੱਚ ਵੀ ਉਹਨਾਂ ਦਾ ਰੋਲ ਰਿਹਾ, ਉਹ ਆਪਣੇ ਆਪ 'ਚ ਕਹਿੰਦੇ ਕਿ ਬਾਰ-ਬਾਰ ਇਹ ਕੇਸਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਹੋਣਾ ਤੇ ਜਿਸ ਤਰੀਕੇ ਨਾਲ ਉਹ ਲਗਾਤਾਰ ਪੋਲੀਟੀਕਲੀ ਉਹਨਾਂ ਕੇਸਾਂ ਨੂੰ ਮੈਨੇਜ ਕਰਦੇ ਰਹੇ ਨੇ। ਪਰ ਸਵਾਲ ਇੱਥੇ ਇੱਕੋ ਚੀਜ਼ ਆ ਕੇ ਉੱਠਦੀ ਹੈ, ਇੱਕ ਸਵਾਲ ਜਿਹੜਾ ਬਾਰ-ਬਾਰ ਆਉਂਦਾ ਹੈ ਕਿ ਜਿਸ ਤਰੀਕੇ ਨਾਲ ਇਹਨੂੰ ਪੋਲੀਟੀਕਲੀ ਮੈਨੇਜ ਇਹਨਾਂ ਨੇ ਲੋਕਾਂ ਦੇ ਕੇਸਾਂ ਨੂੰ ਕੀਤਾ ਹੈ, ਸ਼ਾਇਦ ਰਾਜਨੀਤੀ ਦੁਬਾਰਾ ਇਹਨਾਂ ਨੂੰ ਮੈਨੇਜ ਨਾ ਕਰ ਜਾਏ, ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਨਾ ਕਰੇ। ਖਾਲਸਾ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ, ਤੁਹਾਡੀ ਢੀਂਡਸਾ ਸਾਹਿਬ ਤੇ ਵੀ ਲੱਗਾ ਇਲਜ਼ਾਮ ਕਿ ਇਹ ਵੀ ਕਿਤੇ ਨਾ ਕਿਤੇ ਜਿਹੜੇ ਨੇ ਪਾਰਟੀਆਂ ਨੂੰ ਸਪੋਰਟ ਕਰਦੇ ਰਹੇ ਨੇ, ਜਿਹੜੇ ਲੋਕਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਨੇ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੀ ਕੋਈ ਵੀ ਰਾਜਨੀਤਿਕ ਧਿਰ ਇਹੋ ਜਿਹੀ ਨਹੀਂ ਹੈਗੀ ਜਿਹੜੀ ਨੂੰ ਇਸ ਵੇਲੇ ਆਪਾਂ ਇਹ ਕਹਿ ਸਕੀਏ ਕਿ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਹਰੇਕ ਨੇ ਆਪਣੇ ਹਿੱਤ ਪੂਰਨ ਦੀ ਕੋਸ਼ਿਸ਼ ਕੀਤੀ ਹੈ, ਹਰੇਕ ਨੇ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਕੀ ਲੱਗਦਾ ਕਿ ਅੱਜ ਵੀ ਸਮਾਂ ਨਹੀਂ ਹੈ ਕਿ ਅਸੀਂ ਆਪਣੇ ਉਹਨਾਂ ਹਿੱਤਾਂ ਨੂੰ ਪੂਰਨ ਦੀ ਬਜਾਏ ਪੰਜਾਬ ਦੇ ਹਿੱਤਾਂ ਨੂੰ ਪੂਰਨ ਦੇ ਲਈ ਅੱਗੇ ਆਈਏ? ਦੇਖੋ, ਮੈਂ ਆਪਣੇ 30-35 ਸਾਲ ਦੇ ਰਾਜਨੀਤਿਕ ਜੀਵਨ ਦੇ ਵਿੱਚ ਆ ਪਹਿਲੀ ਵਾਰੀ ਢੀਂਡਸਾ ਸਾਹਿਬ ਤੇ ਇਲਜ਼ਾਮ ਲੱਗਦਾ ਸੁਣਿਆ। ਪਹਿਲੀ ਵਾਰੀ ਉਹ ਕੇਂਦਰੀ ਮੰਤਰੀ ਵੀ ਰਹੇ ਆ, ਉਹ ਪੰਜਾਬ ਦੇ ਵਿੱਚ ਵਜ਼ੀਰ ਵੀ ਰਹੇ ਆ, ਔਰ ਉਹ ਬਿਲਕੁਲ ਸਰਮਾਲ 2 ਨੰਬਰ ਦੇ ਨੇਤਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ। ਆ ਪਹਿਲੀ ਵਾਰੀ ਮੈਂ ਕਲੀਅਰ ਕਰਦਾ ਕਿ ਪਹਿਲੀ ਵਾਰੀ ਮੈਨੂੰ ਆ ਇਲਜ਼ਾਮ ਸੁਣਨ ਨੂੰ ਮਿਲਿਆ ਢੀਂਡਸਾ ਸਾਹਿਬ ਦੇ ਉੱਤੇ। ਇੱਕ ਜੇ ਅੱਜ ਅਸੀਂ ਚਲੋ ਮੈਂ ਕਿਸੇ ਦੀ ਕੋਈ ਇਹ ਨਹੀਂ ਕਰ ਰਿਹਾ ਕਿ ਆਪਾਂ ਅੱਜ ਦੀ ਡਿਬੇਟ ਦੇ ਵਿੱਚ ਹੀ ਇਹ ਗੱਲਾਂ ਕਰਦੀਆਂ ਨੇ। ਇਹ ਜਿਹੜਾ ਤੁਸੀਂ ਬਾਰ-ਬਾਰ ਆਪਾਂ ਗੱਲ ਕਰ ਰਹੇ ਆ, ਸੋਸ਼ਲ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਬਾਅ ਬਣਾਇਆ, ਪਰ ਮੈਂ ਇਹਦੀ ਤਹਿ ਦੇ ਵਿੱਚ ਜਾਣ ਦੀ ਲੋੜ ਆ ਕਿ ਇਹ ਵਕੀਲ ਇੱਕਦਮ ਅੱਗੇ ਕਿਉਂ ਆਏ ਔਰ ਇੱਕਦਮ ਇਹ ਵਕੀਲ ਪਿੱਛੇ ਕਿਉਂ ਹਟ ਗਏ। ਤੁਸੀਂ ਬਿਆਲਾ ਜੀ ਇਹ ਦੇਖੋ, ਇੱਕ ਵਕੀਲ ਜਿਹੜਾ ਸਤਨਾਮ ਸਿੰਘ ਉਹ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਆ, ਔਰ ਜਿਹੜਾ ਦੂਸਰਾ ਅਰਸ਼ਦੀਪ ਸਿੰਘ ਵਕੀਲ ਆ
ਉਹ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਹੈ ਅੱਜ ਦੀ ਤਰੀਕ ਦੇ ਵਿੱਚ ਵੀ। ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨਾ ਨਿਘਾਰ ਆ ਚੁੱਕਾ, ਅੱਜ ਦੀ ਤਰੀਕ 'ਚ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਆ। ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ, ਸਾਡਾ ਮੇਨ ਮਕਸਦ ਜਿਹੜਾ ਉਹਦੇ 'ਚ ਸੁਧਾਰ ਕਰਨ ਦਾ ਹੀ ਆ। ਇੰਨਾ ਨਿਘਾਰ ਆ ਚੁੱਕਾ ਕਿ ਸਾਡੇ ਜਿਹੜੇ ਅਖੌਤੀ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਆਪਣੀ ਜਗੀਰ ਬਣਾ ਰੱਖਿਆ, ਉਹਨਾਂ ਨੂੰ ਹੋਸ਼ ਉਦੋਂ ਆਉਂਦੀ ਆ ਜਦੋਂ ਗੱਲ ਜੋ ਕਿਰੇ ਤੋਂ ਟੱਪ ਜਾਂਦੀ ਆ। ਇਹ ਵਕੀਲ ਜਦੋਂ ਸਾਹਮਣੇ ਉਹਦਾ ਕੇਸ ਲੜਨ ਵਾਸਤੇ ਜੀ ਮੈਂ ਜ਼ਰੂਰ ਇੱਥੇ ਕਹਿੰਦਾ ਤਕਰੀਰਾਂ ਕਰਨ ਦਾ ਜਿਹੜਾ ਆਪਣੇ ਕੋਲ ਸਮਾਂ ਨਹੀਂ ਹੈਗਾ। ਇਹ ਜਿਹੜਾ ਸ਼ੋਅ ਹੈ ਪੋਲੀਟੀਕਲ ਰਾਜਨੀਤੀ ਦੇ ਵਿੱਚ ਆ ਚੁੱਕਾ ਹੋਇਆ। ਕੱਲੀ ਇੱਕ ਜਿਹੜਾ ਰਾਜਨੀਤਿਕਰਨ ਹੈਗਾ ਪੰਜਾਬ ਦਾ, ਉਹਦੇ ਵਿੱਚ ਜਿਹੜਾ ਨਿਗਾਰ ਆ ਚੁੱਕਾ ਹੋਇਆ। ਸਾਨੂੰ ਰਲ ਮਿਲ ਕੇ ਕੁਝ ਸਿੱਖਣ ਦੀ ਲੋੜ ਕਰਨੀ ਚਾਹੀਦੀ। ਸਿੱਖੀਏ ਕੁਝ। 1947 ਤੋਂ ਲੈ ਕੇ ਪੰਜਾਬ ਦੀ ਰਾਜਨੀਤੀ ਨੇ ਹੱਥ ਖੜਾ ਕਰਕੇ ਦੱਸੇ ਕਿ ਪੰਜਾਬ ਦੇ ਹਿੱਤ ਕਿੱਥੇ ਪੂਰੇ ਕੀਤੇ ਨੇ, ਕਿੱਥੇ ਪੰਜਾਬ ਦਾ ਕੀਤਾ ਹੈ, ਕਿੱਥੇ ਪੰਜਾਬ ਦੇ ਹੱਕਾਂ ਦੇ ਵਾਸਤੇ ਖੜੇ ਹੋਏ ਨੇ। 47 ਤੋਂ ਲੈ ਕੇ 2020 ਆ ਗਿਆ। ਸਮੇਂ ਦੇ ਉੱਤੇ ਜਦੋਂ ਵੀ ਇਤਿਹਾਸ ਚੈੱਕ ਕਰੀਏ, ਇਹੋ ਹੀ ਪਤਾ ਲੱਗਦਾ ਕਿ ਇੱਕ ਪਰਿਵਾਰ ਅੱਗੇ ਚੱਲ ਗਿਆ, ਦੂਸਰਾ ਪਰਿਵਾਰ ਉਹਨੂੰ ਪਿੱਛੇ ਕਰਦਾ ਅੱਗੇ ਚਲਾ ਗਿਆ। ਪੰਜਾਬ ਦੇ ਲੋਕਾਂ ਨਾਲ ਤਾਂ ਸ਼ੁਰੂ ਤੋਂ ਜਿਹੜਾ ਨਿਗਾਰ ਹੋਇਆ, ਕਿੱਥੇ ਅੱਜ ਪੰਜਾਬ ਜਿਹੜਾ ਏਡਾ ਵੱਡਾ ਸੂਬਾ ਸੀ, ਜਿਹਦੀਆਂ ਸਰਹੱਦਾਂ ਜਿਹੜੀਆਂ ਸਨ ਉਹ ਕਈ ਮੁਲਕਾਂ ਨਾਲੋਂ ਵੱਡੀਆਂ ਸਨ, ਅੱਜ ਕੀ ਉਹਨੂੰ ਸੂਬੀ ਬਣਾ ਕੇ ਆਪਾਂ ਰੱਖ ਦਿੱਤਾ ਸਿਰਫ ਆਪਣੇ ਹਿੱਤਾਂ ਦੇ ਲਈ, ਆਪਣੀ ਸੋਹਣੀ ਸੋਚ ਦੇ ਲਈ। ਅੱਜ ਵੀ ਆਪਾਂ ਇਹੀ ਕਹੀਏ ਕਿ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਕੇ ਆਪਾਂ ਸਮਾਂ ਕੱਢ ਲਈਏ ਤੇ ਇਹ ਆਪਣੇ ਆਪ 'ਚ ਚੰਗੀ ਗੱਲ ਨਹੀਂ ਹੈਗੀ। ਸਾਨੂੰ ਕੁਛ ਨਾ ਕੁਛ ਸਿੱਖਣ ਦੀ ਲੋੜ ਹੈ। ਮੈਂ ਜ਼ਰੂਰ ਇੱਥੇ ਜ਼ਰੂਰ ਕਹਿਣਾ ਕਿ ਅੱਜ ਦੇ ਇਸ ਵਿਸ਼ੇ ਦੇ ਉੱਤੇ ਸਮੇਤ ਸੈਣੀ ਦਾ ਜਿਹੜਾ ਮਸਲਾ ਹੈਗਾ, ਇਸ ਨੂੰ ਬੜੀ ਧਿਆਨ ਦੇ ਨਾਲ ਸੋਚਣ ਦੀ ਲੋੜ ਹੈ, ਕਿਉਂਕਿ ਇਹ ਇੱਕ ਜਿਹੜਾ ਕੇਸ ਸਾਡੇ ਸਾਹਮਣੇ ਲੰਮੇ ਸਮੇਂ ਬਾਅਦ ਆਇਆ, ਉਹ ਕੇਸ ਇੱਕ ਸਾਨੂੰ ਚੰਗੀ ਦਿਸ਼ਾ ਵੱਲ ਵੀ ਲੈ ਕੇ ਜਾ ਸਕਦਾ ਹੈ ਜਾਂ ਦੁਬਾਰਾ ਰਾਜਨੀਤਿਕ ਕਰਨ ਵੱਲ ਸੇ ਵੀ ਜਿਹੜਾ ਲੈ ਕੇ ਜਾ ਸਕਦਾ ਹੈ। ਕਿਉਂਕਿ ਬਹੁਤ ਸਾਰੇ ਲੋਕ ਇਹਦੇ ਵਿੱਚ ਇਹ ਵੀ ਇਲਜ਼ਾਮ ਲਾ ਰਹੇ ਨੇ ਕਿ 2022 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਨੇ, ਭਾਵੇਂ ਇਹ ਕੇਸ ਜਿਹੜਾ ਉਹਦਾ ਮੁੱਢ ਬੰਨ੍ਹਣ ਦੇ ਲਈ ਇਹ ਕੀਤਾ ਜਾ ਰਿਹਾ ਜਾਂ ਉਸ ਵੱਲ ਲੋਕਾਂ ਦਾ ਧਿਆਨ ਕਰਨ ਦੇ ਲਈ ਕੀਤਾ ਜਾ ਰਿਹਾ, ਕਿਉਂਕਿ ਸਰਕਾਰ ਕੋਲ ਇਸ ਵੇਲੇ ਕਹਿਣ ਤੇ ਸੁਣਨ ਵਾਸਤੇ ਕੁਝ ਨਹੀਂ ਹੈਗਾ। ਜੇ ਕੇਸ ਸਾਹਮਣੇ ਲਿਆਂਦਾ ਗਿਆ, ਆਨਣ ਫਾਨਣ ਦੇ ਵਿੱਚ FIR ਕੱਟੀ ਗਈ ਹੈ, ਤੇ ਇਹ ਨਾ ਹੋਵੇ ਕਿ ਇਹ ਕੇਸ ਦੁਬਾਰਾ ਜਿਹੜਾ ਲਮਕ ਕੇ ਰਹਿ ਜਾਏ, ਕਿਉਂਕਿ ਇਸ ਕੇਸ 'ਚ ਸਹੀ ਸਿਰੇ ਦੇ ਉੱਤੇ ਉਤਰਦਾ ਹੈ ਤਾਂ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਹੋਰ ਵੀ ਇਨਸਾਫ ਤੇ ਕਟਹਿਰੇ ਦੇ ਵਿੱਚ ਖੜੇ ਹੋਣਾ ਪੈਣਾ ਤੇ ਉਹਨਾਂ ਨੂੰ ਜਵਾਬਦੇਹੀ ਉਹਨਾਂ ਦੀ ਹੋਣੀ ਹੈ। ਤਾਂ ਇਹ ਲੋੜ ਹੈਗੀ ਹੈ ਜਿਹੜੇ ਪੋਲੀਟੀਕਲ ਹਿੱਤਾਂ ਨੂੰ ਪਿੱਛੇ ਛੱਡ ਕੇ ਸਾਰੀ ਜਿਹੜੀ ਪੰਜਾਬੀਅਤ ਹੈਗੀ ਹੈ ਉਹ ਖੜ ਕੇ ਇਸ ਕੇਸ ਦੇ ਉੱਤੇ ਜਿਹੜਾ ਉਹ ਧਿਆਨ ਦੇਵੇ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰੇ। ਸਿਰਫ ਉਹ ਹੋਸ਼ੀ ਰਾਜਨੀਤੀ ਕਰਨ ਦੀ ਕੋਸ਼ਿਸ਼ ਨਾ ਕਰੇ ਜਿਹਨੇ ਹਜੇ ਤੱਕ ਪੰਜਾਬ ਦੇ ਪੱਲੇ ਜਿਹੜਾ ਉਹ ਕੁਛ ਨਹੀਂ ਪਾਇਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸਾਡੇ ਕੋਲ ਹੋਰ ਸਮਾਂ ਨਹੀਂ ਹੈਗਾ ਕਿ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਈਏ। ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਅਸੀਂ ਜਿਹੜੀ ਹੈ ਵਿਚਾਰ ਚਰਚਾ ਕਰਦੇ ਰਵਾਂਗੇ ਅਤੇ ਇਸ ਕੇਸ ਦੀ ਪਲ ਪਲ ਦੀ ਜਾਣਕਾਰੀ ਜਿਹੜੀ ਹੈ ਅਸੀਂ ਆਪਣੇ ਦਰਸ਼ਕਾਂ ਦੇ ਨਾਲ, ਵਿਊਅਰਸ ਦੇ ਨਾਲ ਜਿਹੜੀ ਹੈ ਉਹ ਸਾਂਝੀ ਕਰਦੇ ਰਵਾਂਗੇ। ਤੁਹਾਡੇ ਆਪਣੇ ਕੀ ਸੁਝਾਅ ਹੈਗੇ ਨੇ, ਅਸੀਂ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਤੁਸੀਂ ਸਾਨੂੰ ਈਮੇਲ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਟੈਲੀਫੋਨ ਦੇ ਰਾਹੀਂ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਸਾਂਝੇ ਕਰੋ। ਤੁਸੀਂ ਈਮੇਲ ਕਰ ਸਕਦੇ ਹੋ mbala@cktimetv.com ਅਤੇ info@cktimetv.com। ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀਓ।